ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ, ਤੁਹਾਡਾ ਸਾਡੇ YouTube ਚੈਨਲ ਉੱਤਮ ਖੇਤੀ ਪੰਜਾਬ ਦੇ ਵਿੱਚ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਵੱਖ-ਵੱਖ ਮਾਹਰਾਂ ਦੁਆਰਾ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ, ਤਾਂ ਜੋ ਤੁਸੀਂ ਉਹ ਜਾਣਕਾਰੀ ਜਿਹੜੀ ਆਪਣੇ ਨਿੱਜੀ ਜੀਵਨ ਦੇ ਵਿੱਚ, ਰੋਜ਼ਾਨਾ ਜੀਵਨ ਦੇ ਵਿੱਚ ਲਾਗੂ ਕਰਕੇ ਆਪਣੀ ਖੇਤੀ ਨੂੰ ਮੁਨਾਫੇਮੰਦ ਬਣਾ ਸਕੋ ਤੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ। ਸੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਖੇਤੀ ਦੇ ਉਤਪਾਦਾਂ ਦਾ ਮੰਡੀਕਰਨ ਕਿਵੇਂ ਕੀਤਾ ਜਾਵੇ, ਉਹਦਾ ਮੰਡੀਕਰਨ ਦੇ ਨਾਲ ਨਾਲ ਬ੍ਰਾਂਡਿੰਗ ਕਿਵੇਂ ਕੀਤੀ ਜਾਵੇ। ਕਿਉਂਕਿ ਅੱਜ ਸਾਡੇ ਨੌਜਵਾਨ ਜਿਹੜੇ ਨੇ ਉਹ ਬਾਹਰ ਨੂੰ ਭੱਜ ਰਹੇ ਨੇ, ਬਾਹਰਲੇ ਦੇਸ਼ਾਂ 'ਚ ਜਾ ਰਹੇ ਨੇ, ਜਦ ਕਿ ਉੱਥੇ ਜਾ ਕੇ ਵੀ ਜੋ ਇੱਥੇ ਕੰਮ ਇਹਦੇ ਨਾਲੋਂ ਕੰਮ ਜਿਹੜਾ ਵਾ ਉਹ ਘਟੀਆ ਕੰਮ ਉੱਥੇ ਜਿਹੜਾ ਵਾ ਉਹ ਕੰਮ ਕਰਨ ਨੂੰ ਤਰਜੀਹ ਦਿੰਦੇ ਆ। ਇੱਥੇ ਜਿਹੜਾ ਕੰਮ ਕਰਨ ਨੂੰ ਜਿਹੜਾ ਖੇਤੀਬਾੜੀ ਦਾ ਧੰਦਾ ਵਾ ਉਹਨੂੰ ਆਪਾਂ ਸਮਝਦੇ ਨਹੀਂ ਪਏ। ਸੋ ਅੱਜ ਸਾਡੇ ਨਾਲ ਡਾਕਟਰ ਮਨਮੀਤ ਮਾਨਵ ਜੀ ਜਿਹੜੇ ਕਿ ਸਹਾਇਕ ਮੰਡੀਕਰਨ ਅਫਸਰ ਲੁਧਿਆਣਾ ਵਿਖੇ ਤੈਨਾਤ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਤਜਰਬਾ ਐਗ ਮਾਰਕਿੰਗ ਦੇ ਵਿੱਚ, ਸਵੈ ਮੰਡੀਕਰਨ ਦੇ ਵਿੱਚ, ਜਿਹੜੇ ਕਿ ਲੁਧਿਆਣੇ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਵੈ ਸਹਾਇਤਾ ਸਮੂਹ ਜਿਹੜੇ ਨੇ ਉਹ ਵੀ ਬਣਾਏ ਨੇ। ਉਹਨਾਂ ਨੂੰ ਇਸ ਖਾਸ ਕਰਕੇ ਬੀਬੀਆਂ ਨੂੰ ਇਸ ਪਾਸੇ ਤੋਰਿਆ ਵੀ ਆ ਅਤੇ ਨੌਜਵਾਨ ਬੀਬੀਆਂ ਨੂੰ ਇਸ ਪਾਸੇ ਤੋਰ ਵੀ ਰਹੇ ਨੇ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਇਸ ਪ੍ਰੋਗਰਾਮ 'ਚ। ਸੋ ਇਹਦੇ ਵਿੱਚ ਜੇਕਰ ਦੇਖੀਏ ਤਾਂ ਅੱਜ ਜਿਹੜੇ ਸਾਡੇ ਨੌਜਵਾਨ ਕਿਸਾਨ ਨੇ ਉਹ ਬਾਹਰ ਨੂੰ ਭੱਜ ਰਹੇ ਨੇ ਅਤੇ ਖੇਤੀਬਾੜੀ ਨੂੰ ਇੱਕ ਘਾਟੇ ਵਾਲਾ ਸੌਦਾ ਆਖ ਰਹੇ ਨੇ। ਹੁਣ ਇਹਦੇ ਵਿੱਚ ਜੇ ਆਪਾਂ ਇਹਨੂੰ ਮੁਨਾਫਾ ਵਧਾਉਣਾ ਵਾ ਜਾਂ ਖੇਤੀਬਾੜੀ ਜਿਹੜੀ ਆ ਉਹਨੂੰ ਆਪਾਂ ਲਾਹੇਵੰਦ ਬਣਾਉਣੀ ਆ, ਫਿਰ ਉਹਨੂੰ ਕਿਵੇਂ ਜਿਹੜਾ ਵਾ ਮੁਨਾਫਾ ਜਿਹੜਾ ਵਾ ਉਹ ਵਧਾਇਆ ਜਾ ਸਕਦਾ ਅਤੇ ਆਮਦਨ ਵਧਾਈ ਜਾ ਸਕਦੀ। ਡਾਕਟਰ ਸਾਹਿਬ, ਅੱਜ ਦੀ ਸਥਿਤੀ ਦੇ ਵਿੱਚ ਖੇਤੀ ਹੀ ਇੱਕ ਇਹੋ ਜਿਹਾ ਕਿੱਤਾ ਹੈ ਜਿਹਦੇ 'ਚ ਸਭ ਤੋਂ ਵੱਧ ਸਮਰੱਥਾ ਹੈ ਮੁਨਾਫਾ ਵਧਾਉਣ ਦੀ, ਜਿਹਨੂੰ ਅਨੰਤ ਤੁਸੀਂ ਕਹਿ ਸਕਦੇ ਹੋ ਕਿ ਅਨੰਤਮ ਤੱਕ ਉਹਦੀ ਜੋ ਸਮਰੱਥਾ ਵਧਾਈ ਜਾ ਸਕਦੀ ਹੈ ਮੁਨਾਫੇ ਦੀ। ਕਿਉਂਕਿ ਅਸੀਂ ਕੋਵਿਡ ਮਹਾਮਾਰੀ ਵੇਲੇ ਦੇਖਿਆ ਕਿ ਸਾਰੇ ਵੱਡੇ ਜੋ ਕਾਰੋਬਾਰ ਸੀ ਉਹ ਬੰਦ ਹੋ ਗਏ, ਬਟ ਸਿਰਫ ਇੱਕ ਖੇਤੀਬਾੜੀ ਜਾਂ ਖੇਤੀ ਤੋਂ ਜਿਹੜੇ ਪ੍ਰੋਡਕਟ ਤਿਆਰ ਹੁੰਦੇ ਸੀ ਉਹਨਾਂ ਦਾ ਹੀ ਕਾਰੋਬਾਰ ਸਿਰਫ ਚੱਲਿਆ ਸੀ। ਸੋ ਇਹਦੇ ਵਿੱਚ ਮੁਨਾਫੇ ਦੀ ਬਹੁਤ ਜ਼ਿਆਦਾ ਸਮਰੱਥਾ ਹੈ ਔਰ ਇਹਨੂੰ ਇਹਦਾ ਕਿੰਨਾ ਉਹਦੇ ਤੋਂ ਉੱਚ ਮੁੱਲ ਲੈਣਾ ਹੈ, ਕਿੰਨਾ ਉਹਦਾ ਮੁਨਾਫਾ ਲੈਣਾ ਹੈ, ਉਹਦੇ ਲਈ ਇੱਕੋ ਇੱਕ ਹੁਣ ਸਾਡੇ ਕੋਲ ਤਰੀਕਾ ਬਚਿਆ ਕਿ ਖੇਤੀ ਤੋਂ ਅਸੀਂ ਖੇਤੀ ਕਾਰੋਬਾਰ ਵੱਲ ਜਾਣਾ, ਖੇਤੀ ਤੋਂ ਖੇਤੀ ਕਾਰੋਬਾਰ, ਖੇਤੀ ਵਪਾਰ ਵੱਲ ਪਰਿਵਰਤਨ ਹੋਣਾ। ਇਹੀ ਇੱਕ ਜ਼ਰੂਰੀ ਜਿਹੜਾ ਸਾਡਾ ਮਾਰਗ ਰਹਿ ਗਿਆ। ਕਿਉਂਕਿ ਜਿਹੜਾ ਸਾਡਾ ਕਿਸਾਨ ਹੈ ਉਹ ਬਹੁਤ ਮਿਹਨਤ ਨਾਲ, ਬਹੁਤ ਮੁਸ਼ੱਕਤ ਨਾਲ ਅਤੇ ਉਹ ਬਹੁਤ ਸਿਰ ਤੋੜ ਯਤਨਾਂ ਨਾਲ ਸਿਰਫ ਖੇਤੀ ਨਹੀਂ ਬਲਕਿ ਜੋ ਸਹਾਇਕ ਧੰਦੇ ਆ ਉਹਨਾਂ ਦੇ ਵਿੱਚ ਵੀ ਜੋ ਪ੍ਰੋਡਕਟ ਤਿਆਰ ਕਰ ਰਿਹਾ ਉਹਦੇ ਵਿੱਚ ਬਹੁਤ ਆਪਣੀ ਮਿਹਨਤ ਦੇ ਨਾਲ, ਆਪਣੀ ਨਵੀਆਂ ਤਕਨੀਕਾਂ ਨਾਲ ਅਪਣਾ ਕੇ ਉਹਨੇ ਅਨਾਜ ਭੰਡਾਰਨ ਦੇ ਵਿੱਚ, ਉਤਪਾਦਨ ਦੇ ਵਿੱਚ ਬਹੁਤ ਮਹਾਰਤ ਹਾਸਲ ਕਰ ਲਈ ਹੈ। ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਮੰਡੀਕਰਨ ਦਾ ਟਾਈਮ ਆਉਂਦਾ, ਕਿਉਂਕਿ ਸਭ ਤੋਂ ਵੱਡਾ ਰੀਜ਼ਨ ਇਹ ਕਿ ਜਿਹੜਾ ਉਹਦਾ ਵਿਕਰੀ ਮੁੱਲ ਹੈ ਜਿੰਸ ਦਾ ਅਤੇ ਪਰਚੂਨ ਦਾ ਮੁੱਲ, ਉਹਦੇ 'ਚ ਇੱਕ ਬਹੁਤ ਵੱਡਾ ਅੰਤਰ ਹੈ। ਅਤੇ ਉਹ ਜਿਹੜਾ ਫਰਕ ਹੈ ਉਹਦੇ ਵਿੱਚ ਕੀ ਆਉਂਦਾ, ਸਿਰਫ ਵਪਾਰ ਹੈ ਨਾ, ਮੰਡੀਕਰਨ ਆਉਂਦਾ, ਪ੍ਰੋਸੈਸਿੰਗ ਅਤੇ ਮੰਡੀਕਰਨ ਆਉਂਦਾ। ਸੋ ਜਿਹੜਾ ਸਾਡਾ ਕਿਸਾਨ ਹੈ ਉਹ ਉਤਪਾਦਨ ਤੱਕ ਤਾਂ ਬਹੁਤ ਉਤਸ਼ਾਹਿਤ ਹੁੰਦਾ, ਪਰ ਜਦੋਂ ਕਿਤੇ ਮੰਡੀਕਰਨ ਦੀ ਜਾਂ ਪ੍ਰੋਸੈਸਿੰਗ ਦੀ ਜਦੋਂ ਸਮਾਂ ਆਉਂਦਾ ਤਾਂ ਉਦੋਂ ਉਹ ਥੋੜ੍ਹਾ ਉਤਸ਼ਾਹਿਤ ਹੋ ਜਾਂਦਾ ਹੈ, ਉਹਦੇ 'ਚ ਉਨਾ ਉਤਸ਼ਾਹ ਨਹੀਂ ਦਿਖਾਉਂਦਾ। ਉਹਦਾ ਕਾਰਨ ਕਿਸਾਨ ਦੀ ਵੀ ਇੱਕ ਨਿਰਾਸ਼ਤਾ ਹੈ, ਕਿਉਂਕਿ ਸਾਡੇ ਪਿੰਡਾਂ 'ਚ ਇੱਕ ਬਜ਼ੁਰਗ ਪੀੜ੍ਹੀ ਹੀ ਰਹਿ ਗਈ ਹੈ ਕਿਸਾਨਾਂ ਦੀ। ਜੋ ਸਾਡਾ ਨੌਜਵਾਨ ਕਿਸਾਨ ਹੈ ਉਹਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਵੱਧ ਗਿਆ ਕਿਉਂਕਿ ਖੇਤੀਬਾੜੀ 'ਚ ਉਹਨਾਂ ਨੂੰ ਆਕਰਸ਼ਣ ਨਹੀਂ ਰਿਹਾ ਸੀਗਾ ਅਤੇ ਉਹ ਬਾਹਰ ਜਾਣਾ ਸ਼ੁਰੂ ਹੋ ਗਏ। ਸੋ ਹੁਣ ਇਹ ਸਮਾਂ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਵਾਪਸ ਲਿਆਈਏ, ਉਹਨਾਂ ਨੂੰ ਬਾਹਰ ਜਾਣ ਤੋਂ ਰੋਕੀਏ, ਉਹਨਾਂ ਨੂੰ ਇਹੋ ਜਿਹੀਆਂ ਸੇਵਾਵਾਂ, ਸਰੋਤ, ਇਹੋ ਜਿਹੀਆਂ ਸਹੂਲਤਾਂ ਖੇਤੀ ਵਪਾਰ ਵੱਲ ਲਿਜਾਣ ਵਾਲੀਆਂ ਉਹਨਾਂ ਨੂੰ ਮੁਹੱਈਆ ਕਰਵਾਈਏ ਕਿ ਤਾਂ ਕਿ ਉਹ ਕਿਉਂਕਿ ਸਾਡੇ ਜੋ ਨੌਜਵਾਨ ਹੈ ਉਹਨਾਂ ਕੋਲ ਊਰਜਾ ਹੈ, ਉਹਨਾਂ ਕੋਲ ਉਤਸ਼ਾਹ ਹੈ, ਉਹਨਾਂ ਕੋਲ ਇੱਕ ਵਿਗਿਆਨਕ ਗਿਆਨ ਹੈ, ਉਹਨਾਂ ਕੋਲ ਇੱਕ ਡਿਜੀਟਲ ਗਿਆਨ ਹੈ ਅਤੇ ਉਸ ਗਿਆਨ ਦਾ ਅਸੀਂ ਸੁਮੇਲ ਹੈ ਜੋ ਅਸੀਂ ਉਹ ਇੱਕ ਬਜ਼ੁਰਗ ਪੀੜ੍ਹੀ ਕੋਲ ਇੱਕ ਰਵਾਇਤੀ ਅਤੇ ਪਰੰਪਰਾਗਤ ਅਭਿਆਸ ਹੈ ਕਾਸ਼ਤ ਦਾ, ਹੈ ਨਾ, ਉਹਨਾਂ ਦੋਨਾਂ ਦਾ ਅਸੀਂ ਸੁਮੇਲ ਕਰਕੇ ਉਹ ਖੇਤੀ ਵਪਾਰ ਨੂੰ ਬਹੁਤ ਸਫਲਤਾ ਦੇ ਇੱਕ ਅਲੱਗ ਮੁਕਾਮ ਤੱਕ ਲਿਜਾ ਸਕਦੇ ਆ। ਸੋ ਇਹੀ ਇੱਕ ਜ਼ਰੂਰੀ ਮਾਰਗ ਬਚਿਆ ਕਿ ਖੇਤੀ ਤੋਂ ਖੇਤੀ ਵਪਾਰ ਵੱਲ ਲੈ ਕੇ ਜਾਈਏ ਤਾਂ ਜੋ ਸਿਰਫ MSP ਨਹੀਂ ਬਲਕਿ MRP ਵੀ ਹੈ ਜਿਹੜੀ ਉਹ ਅਸੀਂ ਉਹਨਾਂ ਦੀ ਜੇਬ 'ਚ ਪਾਈਏ। ਸੋ ਇਹ ਜੇ ਮੰਨ ਲਓ ਇੱਕ ਫਾਰਮਰ ਨੇ, ਹੁਣ ਨੌਜਵਾਨ ਕਿਸਾਨ ਹੈ, ਕਿਉਂਕਿ ਅੱਜ ਕੱਲ੍ਹ ਜੇ ਆਪਾਂ ਖੇਤੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਫਸਲਾਂ ਨੇ ਜਿਹੜੀ ਜਿਵੇਂ ਕਿ ਦਾਲਾਂ ਨੇ, ਤੁਹਾਡੇ ਤੇਲ ਬੀਜ ਫਸਲਾਂ ਨੇ। ਸੋ ਇਹਨਾਂ ਦੀ ਜੇਕਰ ਖੇਤੀ ਕਰਦਾ ਤਾਂ ਉਹਨੂੰ ਆਪਾਂ ਖੇਤੀ ਵਪਾਰ ਵਿੱਚ ਕਨਵਰਟ ਕਰਕੇ ਉਹਨੂੰ ਕਿਵੇਂ ਵੱਧ ਕੀਤਾ ਜਾ ਸਕਦਾ? ਡਾਕਟਰ ਸਾਹਿਬ, ਜਿਹੜਾ ਆਪਾਂ ਦੇਖਦੇ ਹਾਂ ਕਿ ਕੋਈ ਵੀ ਆਪਾਂ ਕਹਿੰਦੇ ਕਿ ਜੋ ਅਸੀਂ ਹੱਥੀਂ ਕੰਮ ਕਰਦੇ ਹਾਂ ਉਸੇ 'ਚ ਹੀ ਅਸੀਂ ਖੱਟਦੇ ਹਾਂ, ਹੈ ਨਾ, ਉੱਦਾਂ ਹੀ ਸੇਮ ਇਹਦੇ ਵਿੱਚ ਵੀ ਇਹੀ ਹੈ ਕਿ ਕਿਸੇ ਵੀ ਚੀਜ਼ ਦਾ ਤੁਸੀਂ ਪੂਰਾ ਮੁੱਲ ਲੈਣਾ ਹੈ ਤਾਂ ਤੁਸੀਂ ਉਸ ਜੋ ਵੀ ਪ੍ਰੋਡਕਟ ਤਿਆਰ ਕਰ ਰਹੇ ਹੋ, ਜੋ ਤੁਹਾਡੀ ਜਿੰਸ ਹੈ, ਉਹਦਾ ਤੁਸੀਂ ਸੈਲਫ ਮਾਰਕੀਟਿੰਗ ਕਰਨਾ, ਡਾਇਰੈਕਟ ਮਾਰਕੀਟਿੰਗ ਕਰਨੀ, ਖਪਤਕਾਰਾਂ ਨਾਲ ਸਿੱਧਾ ਸੰਪਰਕ ਕਰਕੇ ਕਰਨਾ। ਕਿਉਂਕਿ ਸਾਡੇ ਸਭ ਤੋਂ ਕ੍ਰਿਟੀਕਲ ਇਸ਼ੂ ਜੋ ਹੈ ਇੱਕ ਤਰਾਸਦੀ ਕਹਿ ਲਓ ਕਿ ਇੱਕ ਫਾਰਮਰ ਨੂੰ ਸਿਰਫ ਆਪਣੀ ਉਪਜ ਦਾ 15 ਤੋਂ 40% ਹਿੱਸਾ ਹੀ ਮਿਲਦਾ ਹੈ, ਜੋ ਬਾਕੀ ਵਪਾਰੀ ਦੇ ਹਿੱਸੇ ਆਉਂਦਾ ਹੈ। ਹੁਣ ਇੱਕ
ਸ਼ਾਪਕੀਪਰ ਦੀ ਤੁਸੀਂ ਗੱਲ ਕਰੋ, ਜੇਕਰ ਉਹ ਸ਼ਹਿਦ ਖੁੱਲਾ ਸ਼ਹਿਦ ਲੈ ਕੇ ਜਾਂਦਾ ਕਿਸੇ ਵਪਾਰੀ ਕੋਲੇ, ਤਾਂ ਉਹ ਵਪਾਰੀ ਕੀ ਕਰਦਾ, ਉਹਨੂੰ ਕਹਿੰਦਾ ਕਿ ਜਿਵੇਂ ਮਲਟੀ ਦਾ ਸ਼ਹਿਦ ਹੈ ਤਾਂ ਉਹ ਕਹੇਗਾ ਕਿ ਮੈਂ 90 ਕੁ ਰੁਪਏ ਦੇਵਾਂਗਾ, 80 ਤੋਂ 90, ਜਾਂ ਸਰੋਂ ਦਾ ਹੈ ਤਾਂ ਉਹ ਕਹਿ ਦਿੰਦਾ ਕਿ ਮੈਂ ਇਹਦਾ 60-65 ਹੀ ਰੇਟ ਹੈ ਜੀ ਮਾਰਕੀਟ ਦੇ ਵਿੱਚ, ਹੈ ਨਾ। ਤਾਂ ਉੱਥੇ ਫਾਰਮਰ ਜੋ ਬੀਕੀਪਰ ਹੈ ਉਹ ਚੁੱਪ ਕਰ ਜਾਂਦਾ, ਉਹ ਰੇਟ ਡਿਸਾਈਡ ਨਹੀਂ ਕਰ ਸਕਦਾ। ਉੱਥੇ ਇੱਕ ਜਿਹੜਾ ਵਪਾਰੀ ਆ ਉਹ ਰੇਟ ਤੈਅ ਕਰਦਾ ਹੈ ਕਿ ਮੈਂ ਇੰਨਾ ਲੈਣਾ ਹੈ। ਉਸ ਤੋਂ ਬਾਅਦ ਉਹਨੇ ਕੀ ਕਰਨਾ, ਜਸਟ ਉਹਦੀ ਇੱਕ ਬੋਟਲ 'ਚ ਪੈਕਿੰਗ ਕਰ ਦੇਣੀ ਹੈ, 2 ਰੁਪਏ ਦਾ ਲੇਬਲ ਲਗਾ ਦੇਣਾ, ਔਰ ਫਿਰ ਉਸੇ ਦਾ ਰੇਟ ਹੈ ਜਿਹੜਾ ਉਹ ਹੋ ਸਕਦਾ ਕਿ ਉਹਦੇ 'ਚ ਮਿਲਾਵਟ ਕਰਕੇ ਉਹਦੀ ਜਿਹੜਾ ਉਹਨੂੰ ਵਧਾ ਵੀ ਸਕਦਾ ਹੈ, ਉਹਦੀ ਕੁਆਂਟੀਟੀ ਵੀ ਵਧਾ ਸਕਦਾ, ਜਾਂ ਉਹਦੀ ਚਮਕ ਵਧਾਉਣ ਲਈ ਕੋਈ ਰਸਾਇਣ ਵੀ ਪਾ ਸਕਦਾ ਖਤਰਨਾਕ, ਹੈ ਨਾ। ਤਾਂ ਉਦੋਂ ਹੀ ਰੇਟ ਤੁਸੀਂ ਦੇਖ ਲਓ ਕਿ ਉਹ 60 ਰੁਪਏ ਦੀ ਜਾਂ ਜਿਹੜੀ 90 ਰੁਪਏ ਦੀ ਉਹਨੇ ਕਿਲੋ ਦੇ ਹਿਸਾਬ ਨਾਲ ਲਈ ਹੁੰਦੀ ਹੈ, ਸ਼ਹਿਦ ਲਿਆ ਹੁੰਦਾ, ਉਹਨੂੰ 400-450 ਰੁਪਏ ਦੇ ਹਿਸਾਬ ਨਾਲ ਵੇਚ ਦਿੰਦਾ ਹੈ। ਫਿਰ ਰੇਟ ਜਿਹੜਾ ਉਹ ਵਪਾਰੀ ਤੈਅ ਕਰਦਾ, ਲੈਣ ਵੇਲੇ ਵੀ ਵਪਾਰੀ ਤੈਅ ਕਰਦਾ ਔਰ ਦੇਣ ਵੇਲੇ ਵੀ ਵਪਾਰੀ ਤੈਅ ਕਰਦਾ, ਦੋਨੋਂ ਪਾਸੇ ਉਹਦਾ ਫਾਇਦਾ ਹੈ। ਉਹਦੇ ਵਿੱਚ ਕੀ ਹੈ ਕਿ ਜਿਹੜਾ ਜੋ ਆਪਣਾ ਉਤਪਾਦਕ ਹੈ ਉਹਦੀ ਮਲਕੀਅਤ ਵੀ ਚਲੀ ਜਾਂਦੀ ਹੈ, ਉਹਦਾ ਬ੍ਰਾਂਡ ਵੀ ਨਹੀਂ ਹੈ, ਉਹ ਰੇਟ ਵੀ ਨਹੀਂ ਡਿਸਾਈਡ ਕਰਦਾ, ਹੈ ਨਾ। ਉਹਦਾ ਕੌਨਫੀਡੈਂਸ ਵੀ ਜਿਹੜਾ ਆਤਮ ਵਿਸ਼ਵਾਸ ਹੈ ਉਹ ਵੀ ਘਟ ਜਾਂਦਾ ਹੈ, ਕਿਉਂਕਿ ਉਹਦੀ ਮਲਕੀਅਤ ਵੀ ਨਹੀਂ ਰਹਿੰਦੀ ਉਸ 'ਤੇ, ਔਰ ਉਹ ਵਪਾਰੀ ਹੈ ਜਿਹੜਾ ਉਹ ਰੇਟ ਵੀ ਉਹਨੂੰ ਬਹੁਤ ਘੱਟ ਮਿਲਦਾ। ਉਹ ਵਪਾਰੀ ਉਸੇ 'ਚੋਂ ਚੌਗਣਾ ਮੁਨਾਫਾ ਵੀ ਕਮਾਉਂਦਾ, ਉਹਦੀ ਮਲਕੀਅਤ ਵੀ ਹੈ, ਉਹਦਾ ਬ੍ਰਾਂਡ ਵੀ ਹੈ, ਫਿਰ ਉਹਦੇ 'ਚ ਬਹੁਤ ਸਮਰੱਥਾ ਹੁੰਦੀ ਹੈ, ਉਹ ਹੋਰ ਮੁਨਾਫਾ ਲੈਂਦੀ, ਉਹਨੂੰ ਰਾਸ਼ਟਰੀ ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਉਹ ਵਪਾਰਕ ਪਹੁੰਚ ਕਰਕੇ ਉਹ ਤੋਂ ਜਿੰਨਾ ਮਰਜ਼ੀ ਮੁੱਲ ਲੈ ਸਕਦਾ ਹੈ। ਸੋ ਸਵੇ ਮੰਡੀਕਰਨ ਕਰਨਾ ਚਾਹੀਦਾ। ਇਹਦੇ ਲਈ ਥੋੜ੍ਹੀ ਜਿਹੀ ਮਿਹਨਤ ਜ਼ਰੂਰ ਲੱਗਦੀ ਹੈ, ਸਮੂਹ 'ਚ ਰਹਿ ਕੇ ਥੋੜ੍ਹੇ ਜਿਹੇ ਵਪਾਰਕ ਹੁਨਰ ਸਿੱਖ ਕੇ ਜਿੰਨਾ ਉਹ ਖਪਤਕਾਰਾਂ ਤੱਕ ਸਿੱਧਾ ਸੰਪਰਕ ਕਰਕੇ ਸਵੇ ਮੰਡੀਕਰਨ ਕਰ ਸਕਦਾ ਹੈ, ਤਾਂ ਉਹਦੇ ਤੋਂ ਉਹ ਸਭ ਤੋਂ ਵੱਧ ਜਿਹੜਾ ਉਹ ਮੁੱਲ ਕਮਾ ਸਕਦਾ ਹੈ। ਕਿਉਂਕਿ ਇਹਦੇ ਲਈ ਉਹਨਾਂ ਨੂੰ ਸਭ ਤੋਂ ਪਹਿਲਾਂ ਉਪਜ ਤੋਂ ਉਤਪਾਦ ਬਣਾਉਣ ਦੀ ਜਿਹੜੀ ਹੈ ਉਹ ਤਕਨੀਕੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ। ਤੇ ਬਾਕੀ ਥੋੜ੍ਹਾ ਬਹੁਤਾ ਕੁਛ ਲੁਕ ਕੇ ਹੈ। ਡਾਕਟਰ ਮਨਪ੍ਰੀਤ, ਜੇਕਰ ਕਿਸੇ ਕਿਸਾਨ ਨੂੰ ਹੁਣ ਆਪਾਂ ਕਹਿੰਦੇ ਕਿ ਤਕਨੀਕੀ ਜਾਣਕਾਰੀ ਚਾਹੀਦੀ ਉਹਨੂੰ, ਤਕਨੀਕੀ ਜਾਣਕਾਰੀ ਦਾ ਦੇਣ ਵਾਕੋ ਫਾਰਮਰ ਚਾਹੁੰਦਾ ਵਾ ਕਿ ਮੈਨੂੰ ਤਕਨੀਕੀ ਚਾਹੀਦੀ, ਉਹ ਕਿੱਥੇ ਸੰਪਰਕ ਕਰੇ? ਦੇਖੋ ਆਪਣਾ ਖੇਤੀਬਾੜੀ ਵਿਭਾਗ ਵੀ ਹੈ, ਹੈ ਨਾ, ਤੇ ਆਪਣੇ KVK ਉਹਨਾਂ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ KVK ਹੈ, ਖੇਤੀਬਾੜੀ ਵਿਭਾਗ ਹੈ, ਉਹਨਾਂ ਦੇ ਵਿੱਚ ਮਾਰਕੀਟਿੰਗ ਸੈਕਸ਼ਨ ਹੈ, ਈਵਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਇਹਨਾਂ ਕੋਲੇ ਸਕਿੱਲ ਡਿਵੈਲਪਮੈਂਟ ਸੈਂਟਰ ਹੈਗੇ ਹੈ, ਤੇ ਆਪਣਾ ਡਿਪਾਰਟਮੈਂਟ ਵੀ ਹੈ ਜਿਹੜਾ ਉਹ ਮੁਹੱਈਆ ਕਰਵਾਉਂਦਾ ਹੈ ਤਕਨੀਕੀ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ। ਜਿਵੇਂ ਸੈਲਫ ਹੈਲਪ ਗਰੁੱਪ ਹੈ, ਉਹਨਾਂ ਨੂੰ ਕਿਤੇ ਐਕਸਪੋਜ਼ਰ ਵਿਜ਼ਿਟ ਕਰਾਉਣੀ ਹੈ, ਕਿਤੇ ਬਾਹਰ ਲੈ ਕੇ ਜਾਣਾ ਹੈ, ਤਾਂ ਉਹ ਪੂਰੀ ਹੈਲਪ ਕਰਦੇ ਹੈ। ਕਿਤੇ ਕੋਈ ਲਾਈਵ ਡੈਮੋਨਸਟ੍ਰੇਸ਼ਨ ਕਿਤੇ ਦਿਖਾਉਣੀ ਹੈ, ਜਾਂ ਸਾਰੀਆਂ ਟ੍ਰੇਨਿੰਗਸ ਬਾਰੇ ਉਹ ਇੱਕ ਤਕਨੀਕੀ ਉਹਦੀ ਇੱਕ ਲਿਸਟ ਵੀ ਪ੍ਰੋਵਾਈਡ ਕਰਦੇ ਕਿ ਕਿੱਥੇ ਕਿੱਥੇ ਕਿਹੜੀ ਟ੍ਰੇਨਿੰਗ ਕਿਸ ਮਹੀਨੇ ਕਦੋਂ ਹੋ ਰਹੀ ਹੈ ਨਾ। ਤਾਂ ਉਹਦੇ ਲਈ ਤੁਸੀਂ ਖੇਤੀਬਾੜੀ ਵਿਭਾਗ ਨਾਲ ਜਾਂ PAU 'ਚ ਸਕਿੱਲ ਡਿਵੈਲਪਮੈਂਟ ਨਾਲ ਕੰਸਲਟ ਕਰ ਸਕਦੇ ਹੋ। ਇਹਦਾ ਮਤਲਬ ਕਿ ਕਿਸੇ ਵੀ ਜਿਹੜਾ ਵਪਾਰ ਸ਼ੁਰੂ ਕਰਨ ਲਈ ਪਹਿਲਾਂ ਟ੍ਰੇਨਿੰਗ ਜ਼ਰੂਰੀ ਹੈ। ਹਾਂਜੀ ਬਿਲਕੁਲ, ਕਿਉਂਕਿ ਦੇਖੋ ਜੇ ਅਸੀਂ ਕਹੀਏ ਨਾ ਵਪਾਰ ਦੇ ਲਈ ਸਿਰਫ ਬਹੁਤ ਸਾਰੇ ਮਾਪਦੰਡ ਹੁੰਦੇ ਆ, ਗੁਣਵੱਤਾ ਮਾਪਦੰਡ ਹੈ, ਉਹਦੇ ਵਪਾਰਕ ਮਾਪਦੰਡ, ਇਹ ਸਾਰੇ ਹੁਨਰ ਸਿੱਖਣੇ ਬਹੁਤ ਜ਼ਰੂਰੀ ਹੈ। ਕਿਉਂਕਿ ਕੋਵਿਡ ਵੇਲੇ ਤੁਸੀਂ ਦੇਖਿਆ ਹੋਣਾ ਕਿ ਜਿੰਨਾ ਵੀ ਖਪਤਕਾਰ, ਚਾਹੇ ਉਹ ਛੋਟੇ ਵਰਗ ਦਾ ਸੀ, ਉੱਚ ਵਰਗ ਦਾ ਸੀ, ਚਾਹੇ ਘੱਟ ਪੜ੍ਹਿਆ ਲਿਖਿਆ ਜਾਂ ਵੱਧ, ਉਸ ਤੋਂ ਬਾਅਦ ਕੀ ਹੋ ਗਿਆ ਕਿ ਸਾਰਿਆਂ ਦੇ ਵਿੱਚ ਇੱਕ ਨਾ ਆਪਣੀ ਸਿਹਤ ਨੂੰ ਲੈ ਕੇ ਇੰਨੀ ਜਾਗਰੂਕਤਾ ਆ ਗਈ ਕਿ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਜੋ ਵੀ ਪ੍ਰੋਡਕਟ ਲੈਣਾ ਅਸੀਂ ਉਤਪਾਦਕ ਤੋਂ ਲਈਏ, ਅਸੀਂ ਵਪਾਰੀ ਤੋਂ ਨਾ ਲਈਏ, ਹੈ ਨਾ। ਤਾਂ ਉਹ ਸਾਡੇ ਕੋਲੇ ਵੀ ਜਿਵੇਂ ਲੈਬ 'ਚ ਬਹੁਤ ਜਣੇ ਹੁੰਦੇ ਆ ਕਿ ਵੀ ਅਸੀਂ ਇਹ ਸ਼ੁੱਧ ਸ਼ਹਿਦ ਲੈਣਾ, ਅਸੀਂ ਸ਼ੁੱਧ ਹਲਦੀ ਲੈਣੀ ਹੈ, ਅਸੀਂ ਸ਼ੁੱਧ ਤੇਲ ਕਿੱਥੋਂ ਲੈ ਸਕਦੇ ਹਾਂ। ਤਾਂ ਉਹਨਾਂ ਦਾ ਜਿਹੜਾ ਇੰਨਾ ਭਰੋਸਾ ਹੈ ਜਿਹੜਾ ਉਤਪਾਦਕ 'ਤੇ ਹੋ ਗਿਆ, ਤਾਂ ਉਤਪਾਦਕ ਦੀ ਵੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਵੀ ਉਹ ਉਹਨਾਂ ਨੂੰ ਕੁਆਲਿਟੀ ਦਾ ਪ੍ਰੋਡਕਟ ਹੈ ਜਿਹੜਾ ਉਹ ਮੁਹੱਈਆ ਕਰਵਾਵੇ। ਤਾਂ ਉਹਦੇ ਲਈ ਉਹਨੂੰ ਕੁਝ ਗੁਣਵੱਤਾ ਮਾਪਦੰਡ ਨੂੰ ਸਿੱਖਣਾ ਜ਼ਰੂਰੀ ਹੈ, ਕੁਝ ਵਪਾਰਕ ਮਾਪਦੰਡ ਹੈ ਕਿ ਉਹਨਾਂ ਦੀ ਪੈਕਿੰਗ ਕਿਵੇਂ ਕਰਨੀ ਹੈ, ਲੇਬਲਿੰਗ ਕਿਵੇਂ ਕਰਨੀ ਹੈ, ਹੈ ਨਾ। ਕਿਉਂਕਿ ਉਹਦੇ ਵਿੱਚ ਹੈ ਕੁਝ ਨਹੀਂ ਹੈ, ਇੱਕ ਵਪਾਰੀ ਕੀ ਹੈ, ਉਹਦਾ ਤੋਂ ਜੋ ਉਹਦਾ ਵਿਕਰੀ ਦਾ ਮੁੱਲ ਹੈ ਉਤਪਾਦਕ ਦਾ, ਤੇ ਉਹਦੇ ਪਰਚੂਨ ਦੇ ਮੁੱਲ ਦੇ ਵਿੱਚ ਜੋ ਅੰਤਰ ਹੈ ਨਾ ਉਹ ਸਿਰਫ ਵਪਾਰਕ ਮਾਪਦੰਡਾਂ ਦਾ ਹੈ। ਤਾਂ ਉਹਨੂੰ ਕੀ ਹੈ, ਸਾਡਾ ਉਤਪਾਦਕ ਤਾਂ ਉਹਨੂੰ ਝਿਜਕਦਾ ਸਮਝਣ ਤੋਂ, ਤੇ ਪਰ ਜਿਹੜਾ ਵਪਾਰੀ ਹੈ ਉਹ ਉਹਨੂੰ ਅਪਣਾ ਕੇ ਉਹ ਤਾਂ ਚੌਗਣਾ ਮੁਨਾਫਾ ਲੈ ਰਿਹਾ, ਹੈ ਨਾ। ਹੁਣ ਬੋਟਲ, ਇੱਕ ਬੋਟਲ ਤੇ ਤੁਸੀਂ ਦੇਖੋ ਇਹ 14 ਰੁਪਏ ਦੀ ਬੋਟਲ ਹੈ, ਇਹਦੇ ਤੇ 2 ਰੁਪਏ ਦਾ ਲੇਬਲ ਹੈ ਨਾ, ਸਿਰਫ 16 ਰੁਪਏ ਲੱਗੇ ਹੈ। ਤਾਂ ਉਹਨੇ ਇਹ ਸ਼ਾਇਦ ਜਿਵੇਂ ਅੱਧਾ ਕਿਲੋ ਹੈ 50 ਰੁਪਏ ਵਿੱਚ ਲੈ ਕੇ ਇਹਨੂੰ ਉਹਨੇ 250 'ਚ ਵੇਚ ਦੇਣਾ, ਤਾਂ ਲੱਗਿਆ ਉਹਦਾ ਕੀ ਹੈ 16 ਰੁਪਏ ਲੱਗੇ ਹੈ। ਤਾਂ ਇਹੋ ਜਿਹੇ ਵਪਾਰਕ ਮਾਪਦੰਡ ਹੈ ਕਿ ਆਪਣੀ ਤੁਸੀਂ ਪੈਕਿੰਗ ਕਰਨੀ ਹੈ, ਲੇਬਲਿੰਗ ਕਰਨੀ ਹੈ, ਆਪਣਾ ਉਹਦੇ ਨਾਲ ਤੁਹਾਡੀ ਮਲਕੀਅਤ ਵੀ ਰਹਿੰਦੀ ਹੈ ਪ੍ਰੋਡਕਟ ਤੇ, ਹੈ ਨਾ। ਤਾਂ ਤੁਸੀਂ ਉਹਦੇ ਤੋਂ ਚੌਕਨਾ ਕਮਾਉਂਦੇ ਹੋ। ਸੋ ਇਹਦੇ ਵਿੱਚ ਜੇਕਰ ਅਸੀਂ ਜਿਹੜਾ ਸਵੈ ਮੰਡੀਕਰਨ ਦੇ ਵਿੱਚ ਆਪਾਂ ਸਫਲ ਬਣਾਉਣ ਲਈ ਜਿਹੜਾ ਵਾ ਆਪਣੇ ਮਾਪਦੰਡ ਦੀ ਤੁਸੀਂ ਗੱਲ ਕੀਤੀ ਆ, ਹਾਂਜੀ, ਮੋਟੇ ਤੌਰ ਦੇ ਉੱਤੇ ਜਿਹੜਾ ਵਾ ਉਹ ਆਪਾਂ ਕਿਹੜੇ ਮਾਪਦੰਡ ਨੇ ਜਿਹੜੇ ਕਿ ਉਹਨੂੰ ਧਿਆਨ 'ਚ ਰੱਖਣੇ ਚਾਹੀਦੇ ਆ ਕਿ ਮੇਰਾ ਵਪਾਰ ਜਿਹੜਾ ਵਾ ਉਹ ਦਿਨ ਰਾਤ ਚੌਗਣੀ ਜਿਹੜਾ ਵਾ ਉਹ ਤਰੱਕੀ ਕਰੇ? ਹਾਂਜੀ ਸਰ ਜੀ, ਗੁਣਵੱਤਾ ਮਾਪਦੰਡਾਂ ਦੀ ਗੱਲ ਕਰੀਏ ਤਾਂ ਜਿਵੇਂ ਆਪਣੇ ਸਾਰੇ ਖਪਤਕਾਰਾਂ ਨੂੰ ਹੁੰਦਾ ਕਿ ਸਾਨੂੰ ਹੁਣ ਭੋਜਨ ਸੁਰੱਖਿਆ ਨਹੀਂ ਚਾਹੀਦੀ, ਸਾਨੂੰ ਹੁਣ ਨਿਊਟ੍ਰੀਸ਼ਨਲ ਸਿਕਿਉਰਿਟੀ ਚਾਹੀਦੀ ਹੈ, ਨਿਊਟ੍ਰੀਸ਼ਨਲ ਫੂਡ ਸਿਕਿਉਰਿਟੀ ਨਹੀਂ, ਨਿਊਟ੍ਰੀਸ਼ਨਲ ਯਾਨੀ ਕਿ ਪੋਸ਼ਣ ਸੁਰੱਖਿਆ ਚਾਹੀਦੀ ਹੈ ਨਾ। ਤਾਂ ਉਹਦੇ ਲਈ ਇਹ ਹੁੰਦਾ ਕਿ ਵੀ ਜੋ ਕੁਆਲਿਟੀ ਮਾਪਦੰਡ ਹੈ ਉਹ ਇਹ ਨਹੀਂ ਹੈ ਕਿ ਅਸੀਂ ਜਦੋਂ ਪ੍ਰੋਡਕਟ ਬਣਾ ਲਿਆ ਉਸ ਤੋਂ ਬਾਅਦ ਉਹਦੀ ਕੁਆਲਿਟੀ ਸੁਧਾਰਨੀ ਹੈ। ਉਹਦੀ ਕੁਆਲਿਟੀ ਜਦੋਂ ਆਪਾਂ ਕੋਈ ਖੇਤੀ ਹੈ ਉਹਦੀ ਆਪਾਂ ਕਾਸ਼ਤ ਸ਼ੁਰੂ ਕਰਦੇ ਹਾਂ, ਉਹਦੀ ਸੀਡ ਹੈਲਥ ਕਿੱਦਾਂ ਦੀ ਹੈ, ਉਹਦੀ ਮਿੱਟੀ ਦੀ ਹੈਲਥ ਕਿੱਦਾਂ ਦੀ ਹੈ, ਉਹਦੀ ਸਿੰਚਾਈ ਕਿਸ ਤਰ੍ਹਾਂ ਦੀ ਸੀ, ਉਹਦੇ 'ਚ ਰੇ ਸਪਰੇ ਕਿੱਦਾਂ ਪਾਏ ਹੈ,
ਉਹਦਾ ਕਟਾਈ ਦਾ ਸਮਾਂ ਕਿਵੇਂ ਸੀ, ਪਹਿਲਾਂ ਤਾਂ ਨਹੀਂ ਕਰਤੀ, ਬਾਅਦ 'ਚ ਤਾਂ ਨਹੀਂ ਕਰਤੀ। ਇਹ ਸਾਰੀਆਂ ਜੋ ਪੜਾਅ, ਇਹ ਸਾਰੇ ਸਟੈਪ ਹੈ ਉਹ ਨਿਰਧਾਰਿਤ ਕਰਦੇ ਉਹਦੀ ਕੁਆਲਿਟੀ ਨੂੰ। ਤਾਂ ਉਹਨੂੰ ਪਹਿਲੇ ਸਟੈਪ ਤੋਂ ਹੀ ਬਹੁਤ ਵਿਜੀਲੈਂਟ, ਬਹੁਤ ਅਵੇਅਰ ਹੋਣਾ ਚਾਹੀਦਾ ਕਿ ਵੀ ਅਸੀਂ ਸੀਡ ਕਿੱਦਾਂ ਦਾ ਲਿਆ, ਸਾਡੀ ਮਿੱਟੀ ਦੀ ਹੈਲਥ ਕਿੱਦਾਂ ਦੀ ਹੈ, ਤਾਂ ਉਹ ਐਂਡ ਪ੍ਰੋਡਕਟ ਤੱਕ ਜਿਹੜੀ ਉਹਦੀ ਕੁਆਲਿਟੀ ਨੂੰ ਉਹਨੂੰ ਰੱਖਣਾ ਚਾਹੀਦਾ। ਫਿਰ ਉਹ ਹਰ ਇੱਕ ਜਿਹੜੀ ਖੇਤੀ ਜਿੰਸ ਕਹਿ ਲਓ ਜਾਂ ਕੋਈ ਵੀ ਆਪਾਂ ਜਿਹੜਾ ਪ੍ਰੋਡਕਟ ਤਿਆਰ ਕਰਦੇ ਹਾਂ ਉਹਦੇ ਵਿੱਚ ਕੋਈ ਉਹਦੇ ਆਪਣੇ ਕੁਦਰਤੀ ਭੌਤਿਕ, ਰਸਾਇਣਿਕ ਤੇ ਕੁਝ ਸੰਵੇਦੀ ਗੁਣ ਹੁੰਦੇ ਆ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਕੁਝ ਸਾਲ ਪਹਿਲਾਂ ਆਪਾਂ ਜਦੋਂ ਕਿਤੋਂ ਲੰਘਦੇ ਸੀ, ਆਪਾਂ ਕਹਿੰਦੇ ਸੀ ਫਲਾਣੇ ਦੇ ਘਰ 'ਚ ਗੋਭੀ ਬਣ ਰਹੀ ਹੈ, ਮੇਥੀ ਬਣ ਰਹੀ ਹੈ, ਇੱਕ ਸੁਗੰਧ ਦੀਆਂ ਲਪਟਾਂ ਹੁੰਦੀਆਂ ਸੀ, ਹੈ ਨਾ। ਉਹ ਲਪਟਾਂ ਹੁੰਦੀਆਂ ਸੀ ਸ਼ੁੱਧਤਾ ਦੀਆਂ ਲਪਟਾਂ, ਉਹ ਅੱਜ ਕਿਤੇ ਖੋ ਗਈਆਂ, ਹੈ ਨਾ। ਉਹ ਸ਼ੁੱਧਤਾ ਦੀਆਂ ਲਪਟਾਂ ਨੂੰ ਵਾਪਸ ਲਿਆਉਣ ਲਈ ਵੀ ਇਹ ਬਹੁਤ ਜ਼ਰੂਰੀ ਹੈ ਕਿ ਉਹਦੇ ਜੋ ਕੁਦਰਤੀ ਗੁਣ ਹੈ ਨਾ ਉਹਨਾਂ ਨੂੰ ਬਰਕਰਾਰ ਰੱਖਿਆ ਜਾ ਸਕੇ। ਉਹ ਬਰਕਰਾਰ ਤਾਂ ਹੀ ਰੱਖਿਆ ਜਾ ਸਕਦਾ ਕਿ ਜੇ ਅਸੀਂ ਪਹਿਲੇ ਸਟੈਪ ਤੋਂ ਹੀ ਉਹਦੀ ਕੁਆਲਿਟੀ ਨੂੰ ਅਸੀਂ ਧਿਆਨ ਦੇਣਾ ਸ਼ੁਰੂ ਕਰੀਏ, ਉਹਦੀ ਸੀਡ ਤੋਂ ਲੈ ਕੇ ਉਹਦੇ ਪ੍ਰੋਡਕਟ ਬਣਨ ਤੱਕ, ਉਹਦੀ ਅੱਗੋਂ ਪੈਕਿੰਗ, ਉਹਨੂੰ ਸਟੋਰ ਕਿਵੇਂ ਕਰਨਾ ਹੈ ਨਾ, ਉਹ ਸਾਰੇ ਪੜਾਅ 'ਤੇ ਸਾਨੂੰ ਉਹਦੀ ਕੁਆਲਿਟੀ ਦਾ ਧਿਆਨ ਰੱਖਣਾ ਪੈਣਾ। ਬਾਕੀ ਦੂਸਰੇ ਜੋ ਨੁਕਤਿਆਂ 'ਚ ਵਪਾਰਕ ਮਾਪਦੰਡ ਹੈ ਨਾ ਕਿ ਉਹਦੀ ਪੈਕਿੰਗ ਜਿਹੜੀ ਹੈਗੀ ਹੈ ਉਹ ਬਹੁਤ ਫੂਡ ਮਤਲਬ ਗ੍ਰੇਡਡ ਪੈਕ ਮਟੀਰੀਅਲ ਹੋਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਉਹ ਆਪਣੀ ਜਿਵੇਂ ਕੋਈ ਥਿਨ ਪਲਾਸਟਿਕ ਹੁੰਦੀ ਹੈ ਉਹ ਆਪਣੀ ਹੀ ਟੌਕਸਿਨਸ ਰਿਲੀਜ਼ ਕਰ ਦਿੰਦੀ ਹੈ, ਉਹ ਫੂਡ ਨੂੰ ਟੌਕਸਿਕ ਕਰ ਦਿੰਦੀ ਹੈ। ਸੋ ਪੈਕਿੰਗ ਜਿਹੜੀ ਬ੍ਰਾਂਡਿੰਗ ਹੈ, ਲੇਬਲਿੰਗ ਬ੍ਰਾਂਡਿੰਗ ਹੈ ਜਿਹੜੀ, ਉਹ ਤਾਂ ਪਤਾ ਹੀ ਹੈ ਕਿ ਤੁਸੀਂ ਜਦੋਂ ਕਿਸੇ ਖਪਤਕਾਰ ਨਾਲ ਤੁਹਾਡੇ ਨਾਲ ਕੋਈ ਜੁੜ ਗਿਆ ਤਾਂ ਤੁਸੀਂ ਉਹਦੇ ਨਾਲ ਸਥਾਈ ਤੌਰ ਤੇ ਜੁੜਨਾ ਹੈ। ਉਹਦੀ ਕਹਿ ਲਓ ਕਿ ਦਿਲ ਦਿਮਾਗ 'ਚ ਆਪਣਾ ਇੱਕ ਪਰਿਪੱਕ ਸਥਾਨ ਬਣਾਉਣਾ ਹੈ ਆਪਣੇ ਪ੍ਰੋਡਕਟ ਦਾ। ਉਹ ਕਿਸ ਨਾਮ ਨਾਲ ਤੁਹਾਨੂੰ ਪ੍ਰੋਡਕਟ ਮੰਗੇਗਾ, ਹੈ ਨਾ। ਤਾਂ ਉਹਦੇ ਲਈ ਇੱਕ ਬ੍ਰਾਂਡ ਜਿਹੜਾ ਬਹੁਤ ਜ਼ਰੂਰੀ ਹੈ। ਤਾਂ ਉਹ ਤਾਂ ਹੀ ਤੁਹਾਡਾ ਉਹ ਮਾਰਕੀਟ ਦੇ ਵਿੱਚ ਪਰਿਪੱਕ ਸਥਾਨ ਹੈ, ਜਿਹੜਾ ਸਥਾਈ ਸਥਾਨ ਹੈ। ਉਹਨਾਂ ਨਾਲ ਸਥਾਈ ਜੁੜਨ ਲਈ ਇਹੀ ਇੱਕ ਤਰੀਕਾ ਹੈ ਕਿ ਤੁਸੀਂ ਉੱਥੇ ਆਪਣਾ ਬ੍ਰਾਂਡ ਜਿਹੜਾ ਬ੍ਰਾਂਡਿੰਗ ਕਰੋ, ਕਿਉਂਕਿ ਉਹ ਬ੍ਰਾਂਡ ਦੇ ਨਾਮ ਤੋਂ ਹੀ ਗਾਂਹ ਅੱਗੋਂ ਤੁਸੀਂ ਵਪਾਰਕ ਪਹੁੰਚ ਹੈ ਜਿਹੜੀ ਦੂਰ ਤੱਕ ਕਰ ਸਕਦੇ। ਬਿਲਕੁਲ ਬਿਲਕੁਲ। ਮਨਮੀਤ ਜੀ, ਇੱਕ ਹੋਰ ਇਹ ਗੱਲ ਕਿ ਜੇ ਮੰਨ ਲਓ ਉਹਨੇ ਗੁਣਵੱਤਾ ਪੂਰੀ ਵੀ ਕਰ ਲਈ ਆ, ਹਾਂਜੀ, ਜਿਹੜੇ ਵਪਾਰ ਦੰਡ ਜਿਹੜੇ ਪੂਰੇ ਕਰ ਲਏ, ਉਹਨੂੰ ਖਪਤਕਾਰ ਦੇ ਵਿੱਚ ਇੱਕ ਹੋਰ ਭਰੋਸਾ ਪੈਦਾ ਕਰਨ ਲਈ ਉਹ ਕਿਹੜਾ ਪ੍ਰਮਾਣੀਕਰਨ ਕਿਵੇਂ ਕਰੇ ਉਹਨੂੰ? ਹਾਂਜੀ ਸਰ, ਇਹ ਵੀ ਬਹੁਤ ਅੱਛਾ ਕੁਐਸਚਨ ਹੈ ਕਿਉਂਕਿ ਇੱਕ ਆਪਣੇ ਭਾਰਤ ਸਰਕਾਰ ਵੱਲੋਂ ਸਪੈਸ਼ਲ ਖੇਤੀਬਾੜੀ ਤੇ ਖੇਤੀਬਾੜੀ ਨਾਲ ਸੰਬੰਧਿਤ ਜਿਨਸਾਂ ਜਿਵੇਂ ਕਿ ਬਾਗਬਾਨੀ ਦੀਆਂ ਹੋ ਗਈਆਂ, ਫਲ ਸਬਜ਼ੀਆਂ ਹੋ ਗਈਆਂ, ਖੇਤੀ ਦੀਆਂ ਤਾਂ ਸਾਰੀਆਂ ਹੀ ਹੋ ਗਈਆਂ, ਅਨਾਜ, ਦਾਲਾਂ, ਜੋ ਰੇਸ਼ੇਦਾਰ ਫਸਲਾਂ, ਤੇ ਇਸ ਤੋਂ ਬਿਨਾਂ ਜਿਵੇਂ ਪਸ਼ੂ ਧਨ ਨਾਲ ਸੰਬੰਧਿਤ ਹੋ ਗਈਆਂ, ਮੀਟ, ਅੰਡੇ, ਪੋਲਟਰੀ ਦੇ ਪ੍ਰੋਡਕਟ ਹੋ ਗਏ, ਤੇ ਬੀ ਕੀਪਿੰਗ ਦੇ ਜਿਵੇਂ ਸ਼ਹਿਦ ਹੋ ਗਏ। ਸੋ ਇਸ ਤਰ੍ਹਾਂ ਦੀਆਂ 250 ਅਪਰੋਕਸੀਮੇਟਲੀ ਪ੍ਰੋਡਕਟ ਹੈ ਜਿਨ੍ਹਾਂ ਦੀ ਭਾਰਤ ਸਰਕਾਰ ਨੇ ਸਕੀਮ ਚਲਾਈ ਹੋਈ ਹੈ ਕਿ ਉਹਨਾਂ ਦੀ ਗ੍ਰੇਡਿੰਗ ਕਰਨ ਲਈ, ਉਹਨਾਂ ਦੀ ਪ੍ਰਮਾਣਿਕਤਾ ਦੇ ਲਈ ਐਗ ਮਾਰਕ ਸਕੀਮ ਜਿਹਨੂੰ ਕਹਿੰਦੇ ਆ, ਤੇ ਜਿਹਦੀ ਫੁੱਲ ਫਾਰਮ ਅਸੀਂ ਕਹਿੰਦੇ ਹਾਂ ਕਿ ਗ੍ਰੇਡਿੰਗ ਐਂਡ ਮਾਰਕਿੰਗ ਆਫ ਐਗਰੀਕਲਚਰ ਐਂਡ ਅਲਾਈਡ ਪ੍ਰੋਡਕਟਸ। ਸੋ ਇਹ ਸਕੀਮ ਹੈ ਜਿਹੜੀ ਭਾਰਤ ਸਰਕਾਰ ਦੀ, ਬਟ ਆਪਣੇ ਆਪਣਾ ਜੋ ਖੇਤੀਬਾੜੀ ਵਿਭਾਗ ਹੈ ਉਹਦਾ ਜੋ ਮਾਰਕੀਟਿੰਗ ਸੈਕਸ਼ਨ ਹੈ ਉਸ ਸਕੀਮ ਨੂੰ ਲਾਗੂ ਕਰਦਾ ਹੈ ਕਿ ਜਿਹੜੇ ਵੀ ਫਾਰਮਰ ਨੇ ਜਾਂ ਕੋਈ ਪ੍ਰੋਸੈਸਰ ਨੇ ਇਹ ਸਕੀਮ ਲੈਣੀ ਹੁੰਦੀ ਹੈ ਉਹਨਾਂ ਨੂੰ ਅਸੀਂ ਭਾਰਤ ਸਰਕਾਰ ਤੋਂ ਇੱਕ CA ਅਧਿਕਾਰ ਪੱਤਰ ਲਾਇਸੈਂਸ ਹੈ ਉਹ ਇਸ਼ੂ ਕਰਵਾਉਂਦੇ ਹਾਂ। ਫਿਰ ਉਹਦਾ ਸੈਂਪਲ ਲਿਆ ਜਾਂਦਾ ਹੈ, ਸੈਂਪਲ ਲੈ ਕੇ ਲੈਬੋਰਟਰੀ ਦੇ ਵਿੱਚ ਉਹਦੀ ਟੈਸਟਿੰਗ ਹੁੰਦੀ ਹੈ। ਟੈਸਟਿੰਗ ਹੋਣ ਤੋਂ ਬਾਅਦ ਉਹਦਾ ਕੀ ਗ੍ਰੇਡ ਆਉਂਦਾ ਹੈ, ਉਹਦੇ ਹਿਸਾਬ ਨਾਲ ਉਹਦੀ ਫਿਰ ਆਪਣੀ ਨਿਗਰਾਨੀ ਦੇ ਵਿੱਚ, ਆਪਣੀ ਸੁਪਰਵਿਜ਼ਨ ਦੇ ਵਿੱਚ ਅਸੀਂ ਉਹਦੀ ਪੈਕਿੰਗ ਕਰਵਾਉਂਦੇ ਹਾਂ। ਜੋ ਪੈਕਿੰਗ ਮਟੀਰੀਅਲ, ਉਹਦਾ ਲੇਬਲ ਕਿਸ ਤਰ੍ਹਾਂ ਕਰਨਾ, ਉਹਦੇ ਉੱਪਰ ਕੀ ਕੀ ਚੀਜ਼ਾਂ ਲਿਖਣੀਆਂ, ਲੋਟ ਨੰਬਰ ਲਿਖਣਾ ਹੈ, ਉਹਦੀ ਡੇਟ ਆਫ ਪੈਕਿੰਗ ਲਿਖਣੀ ਹੈ, ਐਕਸਪਾਇਰੀ ਡੇਟ ਲਿਖਣੀ ਹੈ, ਉਹਦਾ ਜਿਸ ਤਰ੍ਹਾਂ ਮੇਰੇ ਕੋਲ ਇੱਕ ਹੈ ਕਿ ਉਹਦਾ ਜੋ ਮੈਨੂਫੈਕਚਰਰ ਦਾ ਨਾਮ ਹੋ ਗਿਆ, ਹੈ ਨਾ, ਉਹਦਾ ਬ੍ਰਾਂਡ ਹੋ ਗਿਆ, ਐਗ ਮਾਰਕ ਦਾ ਲੋਗੋ ਹੋ ਗਿਆ, ਤੇ ਉਹਦੇ ਤੇ ਗ੍ਰੀਨ ਜਾਂ ਵੈਜ ਜਾਂ ਨਾਨ ਵੈਜ ਦਾ ਮਾਰਕ ਹੋ ਗਿਆ, ਹੈ ਨਾ, ਤੇ ਲੋਟ ਨੰਬਰ, ਪੈਕਿੰਗ ਡੇਟ, ਉਹਦੀ ਵੈਜ ਹੈ, ਇਹ ਵੈਜ ਹੈ। ਹਾਂਜੀ, ਗ੍ਰੀਨ ਦਾ ਮਤਲਬ ਵੈਜ ਹੈ ਕਿਉਂਕਿ ਬਹੁਤ ਸਾਰੇ ਕਈ ਸ਼ਾਕਾਹਾਰੀ ਲੋਕ ਹੈ ਨਾ, ਤਾਂ ਉਹਦੇ ਲਈ ਇਹ ਮੈਂਡੇਟਰੀ ਹੈ ਇਹ ਮੈਂਸ਼ਨ ਕਰਨਾ ਹਰ ਫੂਡ ਪ੍ਰੋਡਕਟ। ਜੇ ਕੋਈ ਮਾਸਾਹਾਰੀ ਉਹਦੇ ਤੇ ਕੀ ਕਿਹੜਾ, ਉਹਦੇ ਉੱਤੇ ਇੱਕ ਟ੍ਰਾਇੰਗਲ ਹੁੰਦੀ ਹੈ ਬਰਾਊਨ ਕਲਰ ਦੀ, ਤਾਂ ਉਹਦਾ ਵੀ ਮਾਪਦੰਡ ਹੈ ਕਿ ਤੁਸੀਂ ਜਿਵੇਂ ਕਿੰਨੀ ਡਿਸਪਲੇ ਦੇ ਉੱਪਰ ਕਿੰਨੇ ਬਾਈ ਇੰਚ ਦਾ ਇੱਕ ਜਿਹੜਾ ਉਹ ਲਗਾਉਣਾ ਹੈ, ਮਾਰਕ ਕਰਨਾ ਹੈ। ਹਾਂਜੀ, ਸੋ ਇਹ ਜਿਹੜਾ ਐਗ ਮਾਰਕਰ ਇੱਕ ਕਿਸਾਨ ਨੌਜਵਾਨ ਕਹਿੰਦਾ ਕਿ ਮੈਂ ਕਰਾਉਣਾ ਵਾ, ਉਹਨੂੰ ਕਿੱਥੇ ਸੰਪਰਕ ਕਰਨਾ ਪਊਗਾ? ਉਹਨਾਂ ਨੂੰ ਆਪਣੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਖੇਤੀਬਾੜੀ ਵਿਭਾਗ ਹੈਗੇ ਜੀ, ਚੀਫ ਆਫਿਸ ਹੁੰਦਾ ਹੈ, ਉੱਥੇ ਇੱਕ ਮਾਰਕੀਟਿੰਗ ਸੈਕਸ਼ਨ ਹੁੰਦਾ ਹੈ। ਮਾਰਕੀਟਿੰਗ ਸੈਕਸ਼ਨ ਦੇ ਕੋਈ ਵੀ ਅਧਿਕਾਰੀ ਹੈ ਜਿਵੇਂ ਸਹਾਇਕ ਮੰਡੀਕਰਨ ਅਫਸਰ ਹੈ ਜਾਂ ਖੇਤੀਬਾੜੀ ਅਫਸਰ ਮਾਰਕੀਟਿੰਗ ਦੇ ਹੈਗੇ, ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ। ਤੇ ਉਹ ਫਿਰ ਆਪਣੇ ਆਪ ਹੀ ਜਿਹੜਾ ਤੁਹਾਡੇ ਉਹ ਕੁਝ ਡਾਕੂਮੈਂਟਸ ਹੁੰਦੇ ਆ ਭਾਰਤ ਸਰਕਾਰ ਵੱਲੋਂ ਜਿਹੜੇ ਤੈਅ ਨਿਰਧਾਰਿਤ ਡਾਕੂਮੈਂਟ ਆ, ਉਹ ਡਾਕੂਮੈਂਟ ਤੁਹਾਡੇ ਤਿਆਰ ਕਰਕੇ DMI ਦਾ ਦਫ਼ਤਰ ਹੈ, ਡਾਇਰੈਕਟੋਰੇਟ ਆਫ ਮਾਰਕੀਟਿੰਗ ਐਂਡ ਇੰਸਪੈਕਸ਼ਨ ਭਾਰਤ ਸਰਕਾਰ ਦਾ, ਉੱਥੋਂ ਲਾਇਸੈਂਸ ਇਸ਼ੂ ਕਰਵਾਉਂਦੇ ਆ। ਤੇ ਬਾਕੀ ਸਾਰੀ ਪੈਕਿੰਗ ਹੋਣ ਤੋਂ ਬਾਅਦ, ਲੇਬਲਿੰਗ ਹੋਣ ਤੋਂ ਬਾਅਦ ਉਹਨਾਂ ਦੀ ਮਾਰਕੀਟਿੰਗ ਦੇ ਵਿੱਚ ਵੀ ਡਿਪਾਰਟਮੈਂਟ ਵੱਲੋਂ ਪੂਰੀ ਹੈਲਪ ਕੀਤੀ ਜਾਂਦੀ ਹੈ। ਤੇ ਇਹਦਾ ਫਾਇਦਾ ਉਤਪਾਦਕ ਨੂੰ ਇਹ ਹੈ ਕਿ ਦੇਖੋ ਉਹੀ ਜਿਹੜੀ ਚੀਜ਼ ਹੈ ਉਹਦੀ 60-90 ਦੀ ਸੀ, ਅੱਜ ਇਹੀ ਜਿਹੜੀ ਹੈਗੀ ਉਹ 400-450 ਰੁਪਏ ਪਰ ਕੇਜੀ ਦੇ ਹਿਸਾਬ ਨਾਲ ਵੈਲਿਊਏਸ਼ਨ ਹੁੰਦੀ ਹੈ। ਵੈਲਿਊਏਸ਼ਨ ਉਹਦਾ ਰੇਟ ਹੋ ਗਿਆ। ਬਾਕੀ ਉਹਦੇ ਚ ਕੌਨਫੀਡੈਂਸ ਹੁੰਦਾ ਹੈ ਕਿ ਮੇਰਾ ਆਪਣਾ ਬ੍ਰਾਂਡ ਹੈ, ਉਹਦੀ ਮਲਕੀਅਤ ਹੋ ਗਈ, ਹੈ ਨਾ, ਤਾਂ ਫਿਰ ਹੋਰ ਵੀ ਕਿ ਜੇਕਰ ਮੰਨ ਲਓ ਕੋਈ ਇੱਕ ਕਿਸਾਨ ਵੀਰ, ਨੌਜਵਾਨ ਜਿਹੜਾ ਕਿਸਾਨ ਜਿਹੜਾ ਵਾ ਉਹ ਨਵਾਂ ਕੰਮ ਕਰਨਾ ਚਾਹੁੰਦਾ ਵਾ ਜਾਂ ਕੋਈ ਉਹਦੀ ਐਡੀਸ਼ਨ ਕਰਨਾ ਚਾਹੁੰਦਾ ਵਾ, ਕੀ ਕੋਈ ਉਹਨੂੰ ਆਪਾਂ ਲਿਟਰੇਚਰ ਵੀ ਪ੍ਰੋਵਾਈਡ ਕਰਦੇ ਆ ਜਾਂ ਉਹ ਕਿਤੋਂ ਜਿਹੜਾ ਲਿਟਰੇਚਰ ਜਿਹੜਾ ਵਾ ਉਹ ਲੈ ਸਕਦਾ ਵਾ? ਡਾਕਟਰ ਸਾਹਿਬ ਇਹਦੇ ਲਈ ਵੈਸੇ ਤਾਂ ਪਹਿਲਾਂ ਬਹੁਤ ਸਾਰੇ ਪੰਫਲੇਟ ਜਾਂ ਛੋਟੀਆਂ ਬੁਕਲੈਟਸ ਤਿਆਰ ਕੀਤੀਆਂ ਸੀਗੀਆਂ, ਬਟ ਲੇਟੈਸਟ ਇੱਕ ਸਾਡੇ ਮਾਰਕੀਟਿੰਗ ਸੈਕਸ਼ਨ ਵੱਲੋਂ
ਠੀਕ ਇੱਕ ਇਹ ਜੋ ਕਿਤਾਬ ਤਿਆਰ ਕੀਤੀ ਗਈ ਹੈ ਕਿ ਖੇਤੀ ਉਤਪਾਦਾਂ ਦੀ ਵਪਾਰਕ ਵਿਉਂਤਬੰਦੀ ਹੈ, ਜਿਹਦੇ ਵਿੱਚ ਇੱਕ ਕਹਿ ਲਓ ਕਿ ਖੇਤੀ ਵਪਾਰ ਨੂੰ ਸਫਲ ਬਣਾਉਣ ਲਈ ਜਿੰਨੇ ਵੀ ਜ਼ਰੂਰੀ ਕੋਈ ਨੁਕਤੇ ਜਾਂ ਮਾਪਦੰਡ, ਉਹਦੇ ਸਾਰੇ ਗੁਰ ਕਿਵੇਂ ਸਿੱਖਣੇ ਆ, ਤੁਸੀਂ ਕਿਵੇਂ ਸਫਲ ਵਪਾਰ ਕਰਨਾ ਹੈ। ਈਵਨ ਆਨਲਾਈਨ ਪੋਰਟਲ ਹੈ ਜਿਵੇਂ ਕਿ ਉਹਨਾਂ ਦੇ ਉੱਤੇ ਕਿਵੇਂ ਤੁਸੀਂ ਵਪਾਰ ਕਰ ਸਕਦੇ ਹੋ, ਜਾਂ ਸਾਰੇ ਨੈਟਵਰਕ ਜੋ ਸਾਰੀ ਸੂਚਨਾ ਮੰਡੀਆਂ ਦੇ ਭਾਅ ਕਿੱਥੋਂ ਲੈ ਸਕਦੇ ਹੋ, ਕਿਵੇਂ ਤੁਸੀਂ ਕਿਹੜੀ ਫਸਲ ਫਿਊਚਰ 'ਚ ਤੁਸੀਂ ਲਗਾ ਸਕਦੇ ਹੋ, ਇਹਦੇ ਬਾਰੇ ਬਹੁਤ ਸਾਰੀਆਂ ਜਿਨਸਾਂ ਦੀ ਸਫਲ ਮੰਡੀਕਰਨ ਬਾਰੇ, ਬਹੁਤ ਸਾਰੇ ਉਤਪਾਦਾਂ ਦੀ ਸਫਲ ਮੰਡੀਕਰਨ ਬਾਰੇ, ਤੇ ਉਹਨਾਂ ਦੇ ਵਪਾਰਕ ਮਾਪਦੰਡਾਂ ਬਾਰੇ, ਉਹਨਾਂ ਦੇ ਗੁਣਵੱਤਾ ਮਾਪਦੰਡਾਂ ਬਾਰੇ, ਸਾਰਿਆਂ ਬਾਰੇ ਸਾਰੀ ਜਾਣਕਾਰੀ ਇਸ ਕਿਤਾਬ ਦੇ ਵਿੱਚ ਦਿੱਤੀ ਹੋਈ ਹੈ। ਤੇ ਇਹ ਤੁਸੀਂ ਆਪਣੇ ਜ਼ਿਲ੍ਹੇ ਦੇ ਕੋਈ ਵੀ ਖੇਤੀਬਾੜੀ ਵਿਭਾਗ ਦੇ ਆਪਣੇ ਜੋ ਚੀਫ ਸਾਹਿਬਾਨ ਹੈ ਉਹਨਾਂ ਕੋਲ ਇਹ ਅਵੇਲੇਬਲ ਹੋਏਗੀ। ਬਲਾਕਾਂ 'ਚ ਵੀ ਹੈਗੀ ਹੈ? ਬਲਾਕਾਂ 'ਚ ਵੀ ਹਾਂਜੀ ਭੇਜੀ ਹੋਈ ਹੈ ਸਾਰਿਆਂ ਕੋਲੇ। ਤੇ ਕੋਈ ਵੀ ਜੋ ਫਾਰਮਰ ਜੋ ਐਗਰੀ ਬਿਜ਼ਨਸ 'ਚ ਜਾਂ ਇੰਟਰਪ੍ਰੀਨਿਓਰਸ਼ਿਪ 'ਚ ਜੋ ਇੰਟਰਸਟਡ ਹੈ ਤਾਂ ਉਹ ਇਸ ਨੂੰ ਜ਼ਰੂਰ ਆਪਣਾ ਬੁੱਕ ਨੂੰ ਜ਼ਰੂਰ ਪੜ੍ਹਨ। ਤੇ ਹਾਂਜੀ ਇਸ ਬੁੱਕ ਨੂੰ ਜ਼ਰੂਰ ਪੜ੍ਹਨ ਕਿ ਖੇਤੀ ਉਤਪਾਦਾਂ ਦੀ ਵਪਾਰਕ ਵਿਉਂਤਬੰਦੀ, ਇਸ ਬੁੱਕ ਦੇ ਵਿੱਚ ਜੋ ਮੈਂ ਸੰਦੇਸ਼ ਦਿੱਤਾ ਹੈ ਕਿਸਾਨਾਂ ਨੂੰ, ਉਤਪਾਦ ਬਣਾ ਕੇ ਉਪਜ ਤੋਂ ਫਸਲੋਂ ਚੌਖਾ ਮੁੱਲ ਕਮਾ, ਕਰ ਖੁਦ ਵਪਾਰ ਹਰ ਜਿੰਸ ਦਾ, ਮੁੱਲ ਮਿਹਨਤ ਦਾ ਪੂਰਾ ਪਾ, ਆਤਮ ਨਿਰਭਰ ਹੋਣਾ ਜੇ ਤੂੰ, ਨਿਯਮ ਗੁਣਵੱਤਾ ਦਾ ਆਪਣਾ, ਕਰ ਵਿਉਂਤਬੰਦੀ ਵਪਾਰ ਦੀ, ਯੋਗ ਸਫਲ ਕਿਸਾਨ ਅਸਵਾ। ਇਹ ਜੋ ਸੰਦੇਸ਼ ਦਿੱਤਾ ਹੈ ਹਰ ਕਿਸਾਨ ਦੇ ਲਈ, ਕਿਉਂਕਿ ਇਹਦੇ ਵਿੱਚ ਸਾਰਾ ਹੀ ਕਵਰ ਹੋ ਜਾਂਦਾ ਹੈ ਕਿ ਉਹਨੇ ਪ੍ਰੋਸੈਸਿੰਗ ਕਰਨੀ ਹੈ, ਫਿਰ ਉਹਨੇ ਸਵੇ ਮੰਡੀਕਰਨ ਕਰਨਾ ਹੈ, ਖੁਦ ਵਪਾਰ ਕਰਨਾ ਹੈ, ਫਿਰ ਉਹਨੇ ਗੁਣਵੱਤਾ ਦਾ ਧਿਆਨ ਰੱਖਣਾ ਹੈ, ਔਰ ਜੋ ਵਪਾਰ ਦੀ ਤੁਸੀਂ ਕਿੱਦਾਂ ਵਿਉਂਤਬੰਦੀ ਕਰਨੀ ਹੈ ਖੇਤੀ ਵਪਾਰ ਦੀ, ਉਹਦੇ ਬਾਰੇ ਆਪਣੇ ਵੱਲੋਂ ਇੱਕ ਤਰ੍ਹਾਂ ਨਾਲ ਮੈਂ ਕੰਪਲੀਟ ਜਾਣਕਾਰੀ ਇਸ 'ਚ ਦੇਣ ਦੀ ਕੋਸ਼ਿਸ਼ ਕੀਤੀ। ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ। ਇਹ ਮੰਨ ਲਓ ਇੱਕ ਫਾਰਮਰ ਨੇ ਐਗ ਮਾਰਕੀਟ ਕਰਵਾ ਲਿਆ, ਬਰਾਂਡਿੰਗ ਵੀ ਕਰ ਲਈ, ਸਾਰਾ ਕੁਝ ਕਰ ਲਿਆ, ਹੁਣ ਉਹ ਜਿਹੜਾ ਉਹ ਇੱਕ ਮੰਡੀਕਰਨ ਕਰਨਾ ਉਹਦਾ, ਉਹ ਕਿਹੜੇ ਕਿਹੜੇ ਸਾਧਨ ਨੇ ਜਿਹੜੇ ਕਿ ਕਿਸਾਨ ਜਿਹੜਾ ਵਾ, ਇੱਕ ਨੌਜਵਾਨ ਜਿਹੜਾ ਵਾ ਉਹ ਸਵੈ ਮੰਡੀਕਰਨ ਕਰ ਸਕਦਾ ਵਾ? ਇਹਦੇ ਲਈ ਡਾਕਟਰ ਸਾਹਿਬ ਦੇਖੋ ਅੱਜ ਕੱਲ੍ਹ ਜਿਵੇਂ ਹੁਣ ਈ ਮਾਰਕੀਟਿੰਗ ਵੀ ਹੈ ਨਾ, ਕਿਉਂਕਿ ਡਿਜੀਟਲ ਮਾਰਕੀਟਿੰਗ ਦਾ ਯੁੱਗ ਚੱਲਿਆ, ਕਰੋਨਾ ਦੇ ਵਿੱਚ ਆਪਾਂ ਸਾਰੇ ਡਿਜੀਟਲ ਮਾਰਕੀਟਿੰਗ ਕਰਨ ਲੱਗੇ ਸੀ। ਤਾਂ ਈ ਕਮਰਸ ਸਾਈਟਸ ਹੈ ਜਿਹੜੀਆਂ, ਉਹਦੇ ਨਾਲ ਜਿਵੇਂ ਐਮਾਜ਼ੋਨ ਹੈ, ਫਲਿੱਪਕਾਰਟ ਹੈ ਤੇ ਹੋਰ ਬਿਗ ਬਾਸਕਟ ਹੈ, ਇਹਦੇ ਵਿੱਚ ਪਹਿਲਾਂ ਰਜਿਸਟਰ ਕਰਵਾ ਕੇ ਉਹਦਾ ਜੋ ਤੁਹਾਡਾ ਲਿੰਕ ਬਣ ਜਾਂਦਾ ਉਹਨੂੰ ਤੁਸੀਂ ਆਪਣੇ, ਕਿਉਂਕਿ ਜਦੋਂ ਤੁਸੀਂ ਇੱਕ ਕੰਜ਼ਿਊਮਰ ਤੁਹਾਡੇ ਨਾਲ ਜੁੜ ਜਾਂਦਾ ਨਾ ਕਸਟਮਰ, ਤਾਂ ਤੁਸੀਂ ਉਹਨਾਂ ਦਾ ਇੱਕ ਗਰੁੱਪ ਬਣਾ ਲੈਂਦੇ ਹੋ ਕਿ ਜਿਵੇਂ WhatsApp ਗਰੁੱਪ ਉਹਨਾਂ ਨਾਲ ਬਣਾ ਲਿਆ ਹੈ ਨਾ, ਤਾਂ ਕਿਉਂਕਿ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਵੀ ਕਰ ਸਕਦੇ ਆ, ਫਿਰ ਉਹ ਆਫਲਾਈਨ ਵੀ ਤੁਸੀਂ ਉਹਨਾਂ ਨੂੰ ਡਿਲੀਵਰ ਕਰ ਸਕਦੇ ਆ, ਤਾਂ ਉਹਨਾਂ ਨਾਲ ਤੁਸੀਂ ਉਹ ਸ਼ੇਅਰ ਕਰ ਦਿੰਦੇ ਹੋ ਆਪਣਾ ਜੋ ਲਿੰਕ ਹੈ। ਇਸ ਤੋਂ ਬਿਨਾਂ ਸਭ ਤੋਂ ਜੋ ਇੰਪੋਰਟੈਂਟ ਹੈ ਉਹ ਪ੍ਰਚਾਰ, ਐਡਵਰਟਾਈਜ਼ਮੈਂਟ ਹੈ, ਕਿ ਜੋ ਤੁਸੀਂ ਪ੍ਰੋਡਕਟ ਤਿਆਰ ਕੀਤਾ ਹੈ ਉਹਦੀ ਐਡਵਰਟਾਈਜ਼ਮੈਂਟ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਕਿ ਤੁਹਾਡੇ ਪ੍ਰੋਡਕਟ ਨੂੰ ਘਰੇ ਬੈਠਿਆਂ ਗਾਹਕਾਂ ਤੱਕ ਜਾਣਕਾਰੀ ਪਹੁੰਚੇ, ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜੇ 80% ਲੋਕ ਹੈ ਉਹ ਮੋਬਾਈਲ ਜਿਹੜੇ ਕਹਿ ਲਓ ਕਿ ਇਹਨਾਂ ਦੇ ਉੱਤੇ ਯੂਜ਼ ਕਰ ਰਹੇ ਆ, ਔਰ 60% ਲੋਕ ਹੈ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੈ ਨਾ, ਤਾਂ ਇੰਸਟਾਗ੍ਰਾਮ ਤੇ, ਟਵਿੱਟਰ ਤੇ, WhatsApp ਗਰੁੱਪ ਹੋ ਗਿਆ ਹੈ ਨਾ, YouTube ਤੇ ਹੋ ਗਿਆ, ਇਹਨਾਂ ਦੇ ਉੱਪਰ ਉਹ ਆਪਣੇ ਤੁਸੀਂ ਪ੍ਰੋਡਕਟ ਅਪਲੋਡ ਕਰਕੇ ਤੁਸੀਂ ਲੱਖਾਂ ਲੋਕਾਂ ਤੱਕ ਆਪਣੇ ਪ੍ਰੋਡਕਟ ਦੀ ਜਾਣਕਾਰੀ ਦੇ ਸਕਦੇ ਹੋ। ਫੇਸਬੁੱਕ ਤੇ ਕਈ ਬਜਾਜੀ ਵਾਲੇ ਕੱਪੜੇ ਵਾਲੇ ਬੜੇ ਕੱਪੜੇ ਦਿਖਾ ਰਹੇ, ਬਿਲਕੁਲ ਇਹ ਸੋਸ਼ਲ ਮੀਡੀਆ ਮਾਰਕੀਟਿੰਗ ਹੋ ਗਈ, ਫਿਰ ਤੁਹਾਡੀ ਈ ਮਾਰਕੀਟਿੰਗ ਹੋ ਗਈ ਕਿ ਜਿਹੜੀ ਈ ਕਮਰਸ ਸਾਈਟਾਂ ਦੇ ਉੱਤੇ, ਫਿਰ ਜਿਹੜੀ ਆਫਲਾਈਨ ਮਾਰਕੀਟਿੰਗ ਹੈ ਉਹਦੇ ਵਿੱਚ ਤੁਸੀਂ ਸੈਲਫ ਹੈਲਪ ਗਰੁੱਪ ਬਣਾ ਕੇ ਕਿਸੇ FPO ਨਾਲ ਜੁੜ ਕੇ, ਇਵਨ ਸਾਡੀਆਂ ਕੁਝ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀਜ਼, ਇਵਨ ਪੰਜਾਬ ਦੇ ਵਿੱਚ 80 ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀਜ਼ ਹੈ, ਬਹੁਤ ਸਕਸੈਸਫੁਲੀ, ਕਈਆਂ ਨੇ ਤਾਂ ਬਹੁਤ ਮਲਟੀਪਲੈਕਸ ਕਹਿ ਲਓ ਸਟੋਰੀਜ਼ ਆਪਣੇ ਸਟੋਰ ਬਣਾਏ ਹੋਏ ਆ ਜਿਨ੍ਹਾਂ ਨਾਲ ਫਾਰਮਰਸ ਕੰਟੈਕਟ ਕਰ ਸਕਦੇ ਔਰ ਆਪਣੇ ਪ੍ਰੋਡਕਟ ਸਿੱਧੇ ਹੀ ਉਹ ਸੇਲ ਕਰ ਸਕਦੇ ਆ ਉੱਥੇ ਉਹਨਾਂ ਨਾਲ ਆ ਕੇ। ਸੋ ਇੱਕ ਪ੍ਰੋਡਕਟ ਹੱਬ ਹੁੰਦਾ, ਇੱਕ ਹੱਬ ਐਂਡ ਸਪੋਕ ਮਾਡਲ ਦੇ ਉੱਤੇ, ਜਿਵੇਂ ਮੰਨ ਲਓ ਫਾਜ਼ਿਲਕਾ ਬੋਰ ਵਾਲੀ ਸਾਈਡ ਆ, ਉੱਥੇ ਕੀਨੂ ਹੁੰਦੇ ਆ, ਤਾਂ ਉੱਥੇ ਕੀ ਕਰਦੇ ਕਿ ਕੀਨੂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਇੱਕ ਮਾਡਲ ਬਣਾਇਆ ਜਾ ਸਕਦਾ ਹੈ, ਤਾਂ ਉਹ ਮਾਡਲ ਉੱਥੋਂ ਤੁਸੀਂ ਜੂਸ ਤਿਆਰ ਕਰੋ, ਟੌਫੀਆਂ ਤਿਆਰ ਕਰੋ, ਜਾਂ ਕੋਈ ਵੀ ਕੀਨੂ ਦੇ ਪ੍ਰੋਡਕਟ ਕਰਕੇ ਉਸ ਜ਼ਿਲ੍ਹੇ ਦੇ ਨਾਮ ਤੇ ਬ੍ਰਾਂਡਿੰਗ ਕਰਕੇ ਹੈ ਨਾ, ਇਸ ਤਰ੍ਹਾਂ ਦੇ ਇੱਕ ਸਮੂਹ 'ਚ ਰਹਿ ਕੇ। ਬਾਕੀ ਸਾਡੇ ਹੁਣ ਬੜਾ ਰੁਝਾਨ ਹੈ, ਵਾਤਾਵਰਨ ਸੰਭਾਲ ਮੇਲੇ ਚੱਲ ਰਹੇ ਆ, ਵਿਰਾਸਤੀ ਮੇਲੇ ਆ, ਕੁਦਰਤੀ ਪਕਵਾਨ ਮੇਲੇ ਆ, ਹਾਂਜੀ ਮਜ਼ਾ ਹਫਤਾਵਾਰੀ ਬਾਜ਼ਾਰ ਜਿਹੜੇ ਸਬਜ਼ੀ ਮੰਡੀ ਚੱਲਦੇ ਆ, ਰੋਜ਼ਗਾਰ ਮੇਲੇ, ਇਹਨਾਂ ਸਰਸ ਮੇਲੇ ਜਾਂ ਕਿਸਾਨ ਮੇਲੇ, ਕਿਸਾਨ ਸਿਖਲਾਈ ਸਾਡੇ ਕੈਂਪ ਵੀ ਹੈ, ਤਾਂ ਇਹ ਬਹੁਤ ਸਾਰੇ ਪਲੇਟਫਾਰਮ, ਸਾਡੇ ਐਗਮਾਰਕ ਆਊਟਲੈਟ ਵੀ ਖੁਲਵਾਏ ਹੋਏ ਆ ਹੈ ਨਾ, ਕਿਸਾਨ ਹਟਸ ਹੈ, ਤਾਂ ਇਹ ਬਹੁਤ ਸਾਰੇ ਪਲੇਟਫਾਰਮ ਹੈ ਜਿੱਥੇ ਤੁਸੀਂ ਜਾ ਕੇ ਡਾਇਰੈਕਟਲੀ ਤੁਸੀਂ ਉੱਥੇ ਪ੍ਰੋਡਕਟ ਆਪਣਾ ਸਿੱਧਾ ਸੰਪਰਕ ਕਰਕੇ ਖਪਤਕਾਰਾਂ ਨਾਲ ਉੱਥੇ ਤੁਸੀਂ ਕਰਵਾ ਸਕਦੇ ਹੋ ਆਪਣੀ ਇੱਕ ਰਜਿਸਟ੍ਰੇਸ਼ਨ ਕਰਵਾ ਕੇ ਹੈ ਨਾ। ਤੇ ਇਸ ਤੋਂ ਬਿਨਾਂ ਆਪਣਾ ਜਿਵੇਂ ਇੱਕ ਜੇ ਸਮੂਹ 'ਚੋਂ ਤੁਸੀਂ ਤਾਂ ਤੁਸੀਂ ਇੱਕ ਰਿਟੇਲ ਆਊਟਲੈਟ ਵੀ ਖੋਲ੍ਹ ਸਕਦੇ ਹੋ, ਜਾਂ ਜਿਵੇਂ ਕੋਈ ਮਾਲ ਹੈ, ਕੋਈ ਸਟੋਰ ਹੈ, ਕੋਈ ਉਹਨਾਂ ਨਾਲ ਤੁਸੀਂ ਆਪਣੀ ਪਰ ਫਿਕਸਡ ਪ੍ਰਾਈਸ ਦੇ ਉੱਤੇ ਉਹਨਾਂ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਕਿ ਅਸੀਂ ਤੁਹਾਨੂੰ ਆਹ ਪ੍ਰੋਡਕਟ ਹੈ ਜਿਹੜੇ ਰਿਕੁਆਇਰਮੈਂਟ ਹੈ ਤੁਹਾਡੀ ਪੂਰੀ ਕਰਾਂਗੇ। ਬਿਲਕੁਲ। ਸੋ ਇਹ ਆਫਲਾਈਨ ਮਾਰਕੀਟਿੰਗ ਦੇ ਸਾਧਨ ਹੋ ਗਏ ਤਾਂ, ਬਟ ਇਹ ਕਿ ਬਸ ਇਹਦੇ ਲਈ ਥੋੜਾ ਇਹਦੇ ਵਿੱਚ ਇੱਕ ਦੇਖੀਏ ਤੇ ਜਿਹੜੀ ਅੱਜ ਕੱਲ ਇੱਕ ਔਨ ਰੋਡ ਕਨਸੈਪਟ ਚੱਲ ਰਿਹਾ, ਔਨ ਰੋਡ ਫਾਰਮ ਜਿਹੜਾ ਵਾ, ਔਨ ਰੋਡ ਮਾਰਕੀਟ ਆਊਟਲੈਟ ਜਿਹੜੇ ਨੇ ਉਹ ਵੀ ਇਹਦੇ 'ਚ ਬੜੇ ਕਾਰਗਰ ਸਿੱਧ ਹੋ ਸਕਦੇ। ਹਾਂਜੀ ਹਾਂ ਬਿਲਕੁਲ, ਰਿਟੇਲ ਜਿਹੜੇ ਆਊਟਲੈਟ ਰਿਟੇਲ ਕਾਊਂਟਰ ਹੈ ਉਹਨਾਂ ਨੂੰ ਪਰਮਿਸ਼ਨ ਹੈ, ਤੁਸੀਂ FSSAI ਤੋਂ ਇੱਕ ਰਜਿਸਟ੍ਰੇਸ਼ਨ ਲੈਣੀ ਹੁੰਦੀ ਹੈ ਕਿ ਰਿਟੇਲ ਕਾਊਂਟਰ ਖੋਲ੍ਹਣ ਵਾਸਤੇ, ਉਹ ਖੋਲ੍ਹ ਕੇ ਤੁਸੀਂ ਆਪਣੀ ਫਾਰਮ ਦੇ ਆਊਟਸਾਈਡ ਦੇ ਉੱਤੇ ਤੁਸੀਂ ਕਰ ਸਕਦੇ ਹੋ। ਜਿਹੜੀ FSSAI ਜਿਹੜੀ ਹੈਗੀ ਸਰਟੀਫਿਕੇਟ ਜਿਹੜਾ ਵਾ ਉਹ ਆਪਣਾ ਡਿਪਾਰਟਮੈਂਟ ਦਿੰਦਾ, ਖੇਤੀਬਾੜੀ FSSAI ਜਿਹੜਾ ਉਹ ਹੈਲਥ ਡਿਪਾਰਟਮੈਂਟ ਦਿੰਦੇ ਆ, ਫੂਡ ਸੇਫਟੀ ਆਫੀਸਰ ਹੁੰਦੇ ਆ, ਇਹ ਮੈਂਡੇਟਰੀ ਹੈ ਕਿਉਂਕਿ ਕੋਈ ਵੀ ਫੂਡ
ਫੂਡ ਨੂੰ ਤੁਸੀਂ ਜਿਵੇਂ ਉਹਦੀ ਪੈਕਿੰਗ ਕਰਨੀ ਹੈ, ਉਹਦੀ ਲੇਬਲਿੰਗ ਕਰਨੀ ਹੈ, ਤਾਂ ਉਹਦੇ ਲਈ ਤੁਹਾਨੂੰ FSSAI ਲੈਣਾ ਮੈਂਡੇਟਰੀ ਹੈ। ਤਾਂ ਉਹਦੇ ਲਈ ਤੁਸੀਂ ਇੱਕ ਆਨਲਾਈਨ foscos.com ਕਰਕੇ ਇੱਕ ਸਾਈਟ ਹੈ, ਉਹਦੇ ਤੋਂ ਤੁਸੀਂ ਆਨਲਾਈਨ ਜੇਕਰ ਤੁਹਾਡੀ 12 ਲੱਖ ਤੋਂ ਰਿਟਰਨ ਜਿਹੜੀ ਐਨੂਅਲ ਰਿਟਰਨ ਹੈ 12 ਲੱਖ ਤੋਂ ਘੱਟ ਹੈ, ਤਾਂ ਤੁਸੀਂ ਸਿਰਫ ਰਜਿਸਟ੍ਰੇਸ਼ਨ ਹੀ ਕਰਵਾਉਣੀ ਹੈ। ਉਹਦੇ ਲਈ ਤੁਹਾਡਾ 100 ਰੁਪਿਆ 1 ਸਾਲ ਦਾ, 500 ਰੁਪਿਆ 5 ਸਾਲ ਦਾ ਹੋਏਗਾ। ਜੇਕਰ ਤੁਹਾਡੀ 12 ਲੱਖ ਤੋਂ ਵੱਧ ਹੈ ਫਿਰ ਤੁਸੀਂ ਉਹਦੇ ਲਈ ਲਾਇਸੈਂਸ ਲੈਣਾ ਹੁੰਦਾ, ਉਹਦੀ ਫੀਸ 500 ਰੁਪਏ ਸਾਲ ਦੀ ਹੁੰਦੀ ਹੈ। ਤਾਂ ਉਹ ਇੱਕ ਸਾਈਟ ਦੇ ਉੱਤੇ ਤੁਹਾਡਾ ਆਨਲਾਈਨ ਅਪਲਾਈ ਹੋ ਜਾਂਦਾ ਔਰ ਉੱਥੋਂ ਹੀ ਡਾਊਨਲੋਡ ਹੋ ਜਾਂਦਾ। ਇਹ ਬੜੀ ਵੱਡੀ ਸਹੂਲਤ ਹੈ ਫਾਰਮਰ ਵਾਸਤੇ ਵੀ ਐਗ ਮਾਰਕ ਵੀ ਕਰਾ ਲਿਆ, ਨਾਲ FSSAI ਵੀ ਸਰਟੀਫਿਕੇਟ ਲੈ ਲਿਆ, ਤੇ ਇੱਕ ਜਿਹੜਾ ਖਪਤਕਾਰ ਉਹਦੇ ਵਿੱਚ ਭਰੋਸਾ ਵੱਧਦਾ ਉਹਦਾ। ਹਾਂਜੀ ਹਾਂ ਬਿਲਕੁਲ ਠੀਕ ਹੈ ਜੋ ਹੈਗਾ ਵਾ, ਕਿਉਂਕਿ ਜਿਹੜੀ ਜੇ ਤੁਸੀਂ ਦੱਸਿਆ ਵਾ ਕਿ 12 ਲੱਖ ਤੱਕ ਜੇ ਤੁਹਾਡੀ ਸੇਲ ਘੱਟ ਆ ਤਾਂ ਫਿਰ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਸਿਰਫ 100 ਰੁਪਏ ਤੁਸੀਂ ਰਜਿਸਟ੍ਰੇਸ਼ਨ ਹੀ ਕਰਾ ਸਕਦੇ ਹੋ, ਸਿਰਫ ਰਜਿਸਟ੍ਰੇਸ਼ਨ ਕਰ ਦਿੰਦੇ। ਹੁਣ ਇਹਦੇ ਵਿੱਚ ਇੱਕ ਕਹਿੰਦੇ ਕਿ ਜਿਹੜੀ ਮੰਡੀਕਰਨ ਦੇ ਵਿੱਚ ਨਵੀਨਤਾ ਲਿਆਉਣ ਲਈ ਜਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਰਚਨਾਤਮਕਤਾ ਲਿਆਉਣ ਲਈ ਉਹ 'ਚ ਹੋਰ ਕੀ ਕਰ ਸਕਦੇ ਹਾਂ? ਡਾਕਟਰ ਸਾਹਿਬ ਜੋ ਮੰਡੀਕਰਨ ਦੇ ਵਿੱਚ ਨਵੀਨਤਾ ਹੈ ਨਾ, ਉਹ ਵੀ ਇੱਕ ਇਹੋ ਜਿਹੀ ਰਣਨੀਤੀ ਹੈ ਕਿ ਜੋ ਸਾਨੂੰ ਕਹਿ ਦਿਓ ਕਿ ਜਦੋਂ ਅਸੀਂ ਵਪਾਰ ਕਰਨ ਲੱਗਦੇ ਹਾਂ ਤਾਂ ਸਾਨੂੰ ਉਹਦਾ ਹੋਰ ਸਫਲਤਾ ਚਾਹੀਦੀ ਹੈ, ਉਹਦੇ ਵਿੱਚ ਹੋਰ ਅਸੀਂ ਉੱਪਰ ਚੜ੍ਹਨਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਹੌਲੀ ਹੌਲੀ ਉਹਦੇ 'ਚ ਨਵੀਨਤਾ, ਉਹਦੇ 'ਚ ਰਚਨਾਤਮਕਤਾ ਵੀ ਲਿਆਉਣੀ ਪੈਂਦੀ ਹੈ। ਇਹ ਵੀ ਇੱਕ ਇਹੋ ਜਿਹੀ ਰਣਨੀਤੀ ਹੈ ਕਿ ਜਦੋਂ ਸਾਨੂੰ ਮਾਰਕੀਟ ਦੇ ਰੁਝਾਨ ਦੇਖ ਕੇ, ਉਹਦੇ ਵਿਵਹਾਰ ਦੇਖ ਕੇ ਕਿ ਮਾਰਕੀਟ ਦੇ ਵਿੱਚ ਖਪਤਕਾਰ ਦੀ ਕੀ ਡਿਮਾਂਡ ਹੈ ਨਾ, ਉਹ ਕਿਉਂਕਿ ਸਾਡੀ ਜੀਵਨ ਸ਼ੈਲੀ ਚੇਂਜ ਹੁੰਦੀ ਰਹਿੰਦੀ ਹੈ, ਤਾਂ ਉਹਦੀ ਜੀਵਨ ਸ਼ੈਲੀ ਦੇ ਨਾਲ ਸਾਡੀਆਂ ਜਿਹੜੀਆਂ ਕੁਝ ਡਿਮਾਂਡਸ ਹੁੰਦੀਆਂ ਉਹਦੇ ਹਿਸਾਬ ਨਾਲ ਸਾਨੂੰ ਉਹਦੇ 'ਚ ਨਵੀਨਤਾ ਲਿਆਉਣੀ ਪੈਂਦੀ ਹੈ। ਜਿਵੇਂ ਹੁਣ ਤੁਸੀਂ ਦੇਖੋਗੇ ਕਿ ਫਿਊਚਰ ਕ੍ਰੌਪਸ, ਜਿਵੇਂ ਆਪਾਂ ਹੁਣ ਕਹਿ ਦਈਏ ਕਿ ਮਿਲਟ ਈਅਰ ਚੱਲ ਰਿਹਾ ਹੈ ਨਾ, ਤਾਂ ਉਹਦੇ ਵਿੱਚ ਕੀ ਇੱਕ ਫਾਰਮਰ ਨੂੰ ਹੁਣ ਆਪਣਾ, ਕਿਉਂਕਿ ਜਿਹੜੇ ਰਵਾਇਤੀ ਪ੍ਰੋਡਕਟ ਹੈ ਨਾ, ਆਪਾਂ ਕਹਿੰਦੇ ਜੋ ਸਾਡੇ ਰਵਾਇਤੀ ਉਪਜ ਹੈ ਉਹਦੇ ਤੋਂ ਰਵਾਇਤੀ ਪ੍ਰੋਡਕਟ ਬਹੁਤ ਬਹੁਤਾਤ ਹੋ ਚੁੱਕੀ ਹੈ ਉਹਦੀ ਮਾਰਕੀਟ ਦੇ ਵਿੱਚ, ਤਾਂ ਕੁਝ ਫਿਰ ਗੈਰ ਰਵਾਇਤੀ ਜਿਹੜੇ ਪ੍ਰੋਡਕਟ ਤਿਆਰ ਕੀਤੇ ਜਾਣ ਹੈ ਨਾ, ਉਹੀ ਨਵੀਨਤਾ ਹੈ ਕਿ ਕੁਝ ਗੈਰ ਰਵਾਇਤੀ ਪ੍ਰੋਡਕਟ ਤਿਆਰ ਕੀਤੇ ਜਾਣ ਤਾਂ ਜੋ ਕਿ ਮਤਲਬ ਤੁਹਾਨੂੰ ਵੀ ਇੱਕ ਅਲੱਗ ਸਫਲਤਾ ਮਿਲੇ ਔਰ ਜਿਹੜੀ ਖਪਤਕਾਰ ਜਿਹੜੀ ਮੰਗ ਰਹੀ ਹੈ, ਜਿਹਦੀ ਡਿਮਾਂਡ ਹੈ ਉਹਦੀ ਵੀ ਪੂਰੀ ਹੋਵੇ। ਜਿਵੇਂ ਭਵਿੱਖ ਦੀਆਂ ਫਸਲਾਂ ਦੀ ਗੱਲ ਕਰੀਏ, ਫਿਊਚਰ ਕ੍ਰੌਪਸ ਦੇ ਵਿੱਚ ਜਿਹੜਾ ਮਿਲਟ ਈਅਰ ਹੈ ਨਾ, ਤਾਂ ਜਿਵੇਂ ਅਸੀਂ ਵੀ ਕੁਝ ਸੈਲਫ ਹੈਲਪ ਗਰੁੱਪ ਬਣਾਇਆ ਜਿਹਦੇ 'ਚ ਸਿਰਫ ਅਸੀਂ ਮਿਲਟਸ ਦੇ ਪ੍ਰੋਡਕਟ, ਮਿਲਟਸ ਦੀਆਂ ਕੁਕੀਜ਼, ਬਿਸਕਿਟਸ, ਕੰਗਣੀ ਦੀ ਖੀਰ, ਉਹਨਾਂ ਦੀ ਇਡਲੀ, ਉਹਨਾਂ ਦਾ ਡੋਸਾ, ਜਿਵੇਂ ਦਾ ਟੇਸਟ ਹੈ ਖਪਤਕਾਰ ਦਾ ਉਵੇਂ ਦੇ ਪ੍ਰੋਡਕਟ ਤਿਆਰ ਕਰਵਾਏ ਹੈ, ਤਾਂ ਉਹਦੇ ਵਿੱਚ ਉਹਨਾਂ ਨੂੰ ਬੜੀ ਸਫਲਤਾ ਮਿਲ ਰਹੀ ਹੈ। ਫਿਰ ਇਸ ਤੋਂ ਬਾਅਦ ਇੱਕ ਹੋਰ ਕਨਸੈਪਟ ਆ ਜਾਂਦਾ ਹੈ ਫੋਕ ਟੂ ਫਾਰਮ। ਅੱਗੇ ਕੀ ਹੁੰਦਾ ਸੀਗਾ ਕਿ ਅਸੀਂ ਮੰਡੀਕਰਨ ਦੀਆਂ ਜੋ ਐਕਟੀਵਿਟੀਜ਼ ਕਹਿੰਦੇ ਸੀ ਕਿ ਫਾਰਮ ਟੂ ਫੋਕ ਹੈ ਨਾ, ਤਾਂ ਹੁਣ ਫੋਕ ਟੂ ਫਾਰਮ ਹੈ, ਯਾਨੀ ਕਿ ਸਾਡਾ ਫੋਕ ਕੀ ਡਿਮਾਂਡ ਕਰ ਰਿਹਾ, ਖਪਤਕਾਰ ਦਾ ਇੱਕ ਫੋਕ ਕੀ ਡਿਮਾਂਡ ਕਰ ਰਿਹਾ, ਉਸ ਹਿਸਾਬ ਨਾਲ ਫਾਰਮਿੰਗ ਕਰਨੀ। ਕਿਉਂਕਿ ਜਿੱਦਾਂ ਦਾ ਸਾਡਾ ਹੁਣ ਲਾਈਫ ਸਟਾਈਲ ਹੋ ਗਿਆ, ਸਾਨੂੰ ਕੀ ਬਰੋਕਲੀ ਹੈ, ਮਸ਼ਰੂਮ ਚਾਹੀਦੀ ਹੈ, ਕਨੋਆ ਹੈ, ਮਲਟੀਗ੍ਰੇਨ ਆਟਾ ਹੈ, ਜਵੀ ਹੈ ਨਾ, ਇਸ ਤਰ੍ਹਾਂ ਦੇ ਸਾਡੀ ਡਿਮਾਂਡ ਵੱਧਦੀ ਜਾ ਰਹੀ ਹੈ, ਤਾਂ ਉਸ ਹਿਸਾਬ ਨਾਲ ਬਦਲਵੀਆਂ ਫਸਲਾਂ ਦਾ ਪ੍ਰਬੰਧ ਕਰਨਾ ਚਾਹੀਦਾ। ਤੇ ਪਲੱਸ ਜਿਵੇਂ ਹੁਣ ਜੇ ਸਾਰਿਆਂ 'ਚ ਸਾਡੇ 'ਚ ਬਹੁਤ ਚੇਤਨਾ ਆ ਗਈ ਹੈ, ਜਾਗਰੂਕਤਾ ਆ ਗਈ ਹੈ ਸਿਹਤ ਨੂੰ ਲੈ ਕੇ, ਸਾਨੂੰ ਲੱਗਦਾ ਕਿ ਹਰ ਪ੍ਰੋਡਕਟ ਹੈ ਜਿਹੜਾ ਬਹੁਤ ਥੋੜ੍ਹਾ ਖਾਈਏ ਪਰ ਉਹ ਸਿਹਤਵਰਧਕ ਹੋਵੇ, ਉਹ ਪੌਸ਼ਟਿਕ ਹੋਵੇ। ਤਾਂ ਇਹ ਇੱਕ ਬਹੁਤ ਵਧੀਆ ਮੌਕਾ ਹੈ ਇੱਕ ਪ੍ਰੋਡਿਊਸਰ ਦੇ ਲਈ, ਪ੍ਰੋਸੈਸਰ ਦੇ ਲਈ, ਕਿ ਉਹ ਇਹੋ ਜਿਹੇ ਪ੍ਰੋਡਕਟ ਤਿਆਰ ਕਰੇ ਜਿਹਦੇ, ਜਿਵੇਂ ਸ਼ਹਿਦ ਹੈ, ਸ਼ਹਿਦ ਤੋਂ ਹੀ ਕੈਂਡੀ, ਉਹਦੀ ਆਮਲੇ ਦੀ ਕੈਂਡੀ ਬਣਾ ਲੈਣੀ, ਆਮਲੇ ਦਾ ਮੁਰੱਬਾ ਬਣਾ ਲੈਣਾ, ਮੈਂਗੋ ਦੀ ਚਟਨੀ ਬਣਾ ਲੈਣੀ, ਸ਼ਹਿਦ ਤੋਂ ਹੀ ਉਹਦਾ ਚਮਨ ਪ੍ਰਾਸ਼ ਬਣਾ ਲੈਣਾ ਹੈ ਨਾ। ਇੱਦਾਂ ਹੀ ਗੁੜ ਹੈ, ਗੁੜ ਦੇ ਵਿੱਚ ਅਸੀਂ ਅੱਜ ਕੱਲ੍ਹ ਕੀ ਕਰਦੇ ਹਾਂ, ਸਨਫਲਾਵਰ ਸੀਡ ਹੈ ਜਾਂ ਪੰਪਕਿਨ ਸੀਡ ਹੈ ਨਾ, ਉਹ ਅਸੀਂ ਬਹੁਤ ਖਾਂਦੇ ਹਾਂ ਫਰੂਟ, ਉਹ ਪਾ ਕੇ ਗੁੜ ਦੇ ਵਿੱਚ ਉਹਦੀ ਵੈਲਿਊ ਐਡੀਸ਼ਨ ਕਰ ਲੈਣੀ। ਕਿਉਂਕਿ ਇਹ ਜਿਹੜੇ ਪ੍ਰੋਡਕਟ ਤਿਆਰ ਕਰਦੇ ਨਾ, ਇਹਨਾਂ ਦੀ ਵਪਾਰਕ ਪਹੁੰਚ ਬਹੁਤ ਦੂਰ ਤੱਕ ਹੁੰਦੀ ਹੈ। ਗੁੜ ਜਾਂ ਸ਼ਹਿਦ ਨੂੰ ਤੁਸੀਂ ਉੱਦਾਂ ਕਹਿ ਲਓ ਕਿ ਅੰਤਰਰਾਸ਼ਟਰੀ ਬਾਜ਼ਾਰ ਤੱਕ ਸ਼ਾਇਦ ਉੱਦਾਂ ਪਹੁੰਚਦਾ ਨਹੀਂ ਕਰ ਸਕਦੇ, ਪਰ ਜੋ ਇੱਦਾਂ ਦੇ ਪ੍ਰੋਡਕਟ ਬਣਾ ਲੈਂਦੇ ਆ, ਇੱਕ ਤਾਂ ਉਹਨਾਂ ਦੀ ਸ਼ੈਲਫ ਲਾਈਫ ਵੱਧ ਜਾਂਦੀ ਹੈ, ਉਹਨਾਂ ਨੂੰ ਸਟੋਰ ਕਰਨਾ, ਉਹਨਾਂ ਨੂੰ ਹੈਂਡਲ ਕਰਨਾ ਈਜ਼ੀ ਹੋ ਜਾਂਦਾ, ਤੇ ਉਹਦੀ ਜਿਹੜੀ ਪੌਸ਼ਟਿਕਤਾ ਵੀ ਵੱਧ ਜਾਂਦੀ ਹੈ ਨਾ। ਤੇ ਤੁਸੀਂ ਕਹਿ ਲਓ ਕਿ ਇੱਕ ਸਿੰਗਲ ਸਟੈਪ ਦੇ ਵਿੱਚ ਹੀ ਬਹੁਤ ਸਾਰੇ ਪ੍ਰੋਡਕਟ ਹੈ ਜਿਹੜੇ ਤੁਸੀਂ, ਤਾਂ ਇਹ ਨਵੀਨਤਾ ਹੈ ਕਿ ਉਹਦੀ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਤੁਹਾਨੂੰ ਇੱਕ ਸਫਲਤਾ ਦੇ ਅਲੱਗ ਮੁਕਾਮ 'ਤੇ ਲੈ ਕੇ ਜਾਂਦੀ ਹੈ ਨਾ। ਉਸ ਤੋਂ ਬਾਅਦ ਆਪਾਂ ਰਚਨਾਤਮਕਤਾ ਦੀ ਜੋ ਗੱਲ ਕੀਤੀ ਸੀਗੀ, ਕਿਉਂਕਿ ਜਦੋਂ ਤੁਸੀਂ ਕੋਈ ਪ੍ਰੋਡਕਟ ਤਿਆਰ ਕਰਦੇ ਹੋ ਤਾਂ ਉਹਨੂੰ ਤੁਸੀਂ ਸਿਰਫ ਇੱਕ ਕਾਊਂਟਰ ਤੱਕ ਜਾਂ ਇੱਕ ਦੁਕਾਨ ਤੱਕ ਸੇਲ ਕਰਨ ਤੱਕ ਸੀਮਤ ਨਹੀਂ ਰਹਿੰਦੇ। ਤੁਹਾਨੂੰ ਹੁੰਦਾ ਕਿ ਉਸ ਪ੍ਰੋਡਕਟ ਨੂੰ ਅਸੀਂ ਕਿਸੇ ਹੋਰ ਪਰਪਸ ਲਈ, ਜਿਵੇਂ ਕਿਸੇ ਦੇ ਤਿਉਹਾਰ ਹੈ, ਕਿਸੇ ਦੀ ਵਿਆਹ ਸ਼ਾਦੀ ਹੈ, ਕੋਈ ਧਾਰਮਿਕ ਸਮਾਗਮ ਹੈ, ਜਾਂ ਕਿਸੇ ਨੇ ਕਿਸੇ ਨੂੰ ਗਿਫਟ ਕਰਨਾ ਹੈ। ਹੁਣ ਜਿਵੇਂ ਇੱਕ ਸਾਡਾ ਮੈਂ ਸੈਲਫ ਹੈਲਪ ਗਰੁੱਪ ਬਣਾਇਆ ਸੀ, ਹੋਮ ਮੇਕਰਸ ਸੈਲਫ ਹੈਲਪ ਗਰੁੱਪ, ਉਹਨਾਂ ਤੋਂ ਜੂਟ ਦੀਆਂ ਥੈਲੀਆਂ ਤਿਆਰ ਕਰਵਾਈਆਂ ਸੀਗੀਆਂ। ਥੈਲੀਆਂ ਤਿਆਰ ਕਰਕੇ ਜੋ ਸਾਡੇ ਬੀ ਕੀਪਰ ਸਾਡੇ ਤੋਂ ਸਰਟੀਫਾਈ ਕਰਾ ਰਹੇ ਸੀ ਐਗ ਮਾਰਕ, ਉਹਨਾਂ ਦੀ ਪੈਕਿੰਗ ਇਹਨਾਂ ਜੂਟ ਦੀਆਂ ਥੈਲੀਆਂ 'ਚ ਕਰਵਾ ਕੇ, ਤਾਂ ਉਹਨਾਂ ਨੇ ਬਹੁਤ ਸਾਰੇ ਜਿਵੇਂ ਕਹਿ ਲਓ ਕਿ ਮੇਲਿਆਂ ਦੇ ਉੱਪਰ ਜਾਂ ਕਈਆਂ ਨੂੰ ਕੋਈ ਵਿਆਹ ਸ਼ਾਦੀਆਂ ਲਈ, ਲੋਹੜੀ ਲਈ ਚਾਹੀਦੇ ਸੀ, ਤਾਂ ਇਹ ਲੋਕਾਂ ਨੇ ਜਿਵੇਂ ਬਹੁਤ ਪਸੰਦ ਕੀਤੇ ਕਿ ਅਟਰੈਕਟਿਵ ਪੈਕਿੰਗ ਵੀ ਹੋ ਗਈ ਹੈ ਨਾ, ਔਰ ਇਕੋ ਫਰੈਂਡਲੀ ਵੀ ਹੈ। ਨਾਲੇ ਜਿਹੜੀ ਮਠਿਆਈ ਆਪਾਂ ਮਠਿਆਈ ਦਿੰਦੇ ਆ ਕਿ ਉਹ ਤਾਂ ਪਤਾ ਨਹੀਂ ਕਿਹਦੀ ਬਣੀ ਆ, ਇਹਦੇ ਛੋਲੇ ਮਠਿਆਈ ਵੱਲ ਨਾ ਅੱਜ ਕੱਲ੍ਹ ਰੁਝਾਨ ਹੀ ਨਹੀਂ ਰਿਹਾ। ਅੱਜ ਕੱਲ੍ਹ ਰੁਝਾਨ ਰਹਿ ਗਿਆ ਸ਼ਹਿਦ ਜਾਂ ਗੁੜ ਤੋਂ ਜਿਹੜੇ ਪ੍ਰੋਡਕਟ ਬਣਦੇ ਆ ਹੈ ਨਾ, ਤਾਂ ਉਹਦੇ ਲਈ ਸਾਨੂੰ ਜ਼ਰੂਰੀ ਹੈ ਕਿ ਥੋੜ੍ਹਾ ਰਚਨਾਤਮਕਤਾ ਵੱਲ ਜਾਣਾ, ਕਿ ਉਹ ਸੋਹਣਾ ਵੀ ਲੱਗੇ, ਇਕੋ ਫਰੈਂਡਲੀ ਵੀ ਹੋਵੇ, ਤੇ ਕਿਉਂਕਿ ਦੇਖੋ ਫਾਰਮਰ ਨੂੰ ਵੀ ਜਿਹੜੀ ਪ੍ਰੋਫਿਟ ਹੋ ਗਿਆ, ਤੇ ਇੱਕ ਜੋ ਸੈਲਫ ਹੈਲਪ ਗਰੁੱਪ ਜਿਹੜੇ ਤਿਆਰ ਕਰ ਰਹੀ ਸੀ ਲੇਡੀਜ਼, ਉਹਨਾਂ 'ਚ ਵੀ ਕਹਿ ਲਓ ਕਿ ਆਤਮ ਨਿਰਭਰ ਹੋ ਜਾਂਦੀਆਂ ਕਿ ਅਸੀਂ ਇਹ ਕਰ ਰਹੇ ਹਾਂ, ਤਾਂ ਉਹਨਾਂ ਦਾ ਇੱਕ ਸੁਮੇਲ ਬਣਾ ਕੇ ਤੁਸੀਂ ਰਚਨਾਤਮਕਤਾ ਤੇ ਨਵੀਨਤਾ ਲਿਆ ਸਕਦੇ ਹੋ। ਸੋ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਮਨਮੀਤ ਜੀ ਨੇ, ਜਿਹੜੀ ਕਿ ਮੇਰੇ ਖਿਆਲ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਖਾਸ ਕਰਕੇ ਨੌਜਵਾਨ ਕਿਸਾਨਾਂ ਲਈ ਬਹੁਤ ਜ਼ਰੂਰੀ ਆ, ਕਿਉਂਕਿ ਆਪਾਂ ਇਸ ਜਿਹੜਾ ਖੇਤੀਬਾੜੀ ਦਾ ਕਿੱਤਾ ਵਾ, ਇਹ ਪਿਤਾ ਪੁਰਖੀ ਕਿੱਤਾ ਸਾਡਾ ਹੈਗਾ ਵਾ,
ਅੱਜ ਬਹੁਤ ਸਾਰੇ ਨੌਜਵਾਨ ਜਿਹੜੇ ਸਾਡੇ ਬਾਹਰ ਨੂੰ ਭੱਜ ਰਹੇ ਆ, ਪਰ ਬਹੁਤ ਸਾਰੇ ਕਿਸਾਨ ਜਿਹੜੇ ਨੌਜਵਾਨ ਕਿਸਾਨ ਨੇ ਆ ਵੀ ਰਹੇ ਆ, ਇਹ ਨਹੀਂ ਕਿ ਜਾ ਰਹੇ ਆ ਕੇ ਉਹ ਇੱਥੇ ਜਿਹੜੀ ਮਿਹਨਤ ਕਰਕੇ ਡੇਅਰੀ ਦਾ ਕੰਮ ਕਰਕੇ ਸ਼ਹਿਦ ਦਾ ਕੰਮ ਕਰਕੇ ਇੱਥੋਂ ਤੱਕ ਕਿ ਤੇਲ ਦੇ ਜਿਹੜੇ ਕੋਲੂ ਚਲਾ ਕੇ ਮਤਲਬ ਕਿ ਉਹਦੀ ਪੈਕਿੰਗ ਕਰਾ ਕੇ ਉਹਦੀ ਵਧੀਆ ਬਰਾਂਡਿੰਗ ਕਰਕੇ ਉਹ ਖੁਦ ਮੰਡੀਕਰਨ ਕਰ ਰਹੇ ਆ। ਸੋ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਜਿਹੜੇ ਆ ਖੇਤੀ ਦਾ ਜਿਹੜਾ ਕਿੱਤਾ ਜਿਹੜਾ ਨੂੰ ਵਪਾਰੀਕਰਨ ਕਰੀਏ, ਉਹਦਾ ਵਪਾਰੀਕਰਨ ਕਰਕੇ ਫਿਰ ਸਵੈ ਮੰਡੀਕਰਨ ਵੱਲ ਜਾਈਏ। ਤੇ ਸਵੈ ਮੰਡੀਕਰਨ ਜਦੋਂ ਆਪਾਂ ਲਿਜਾਵਾਂਗੇ ਤਾਂ ਫਿਰ ਸਾਡਾ ਮੁਨਾਫਾ ਜਿਹੜਾ ਆਪਣੇ ਆਪ ਵਧੂਗਾ। ਫਿਰ ਸਾਨੂੰ ਕਿਸੇ ਦੇ ਜਿਹੜਾ ਮਫਾਦ ਨਹੀਂ ਹੋਣਾ ਪਊਗਾ, ਕਿਸੇ ਤੋਂ ਲੋਨ ਨਹੀਂ ਲੈਣਾ ਪਊਗਾ, ਕਿਤੇ ਨੂੰ ਮਹਿੰਗੇ ਕਰਜ਼ੇ ਨਹੀਂ ਲੈਣੇ ਪੈਣਗੇ। ਇਸ ਵਾਸਤੇ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਬਹੁਤ ਸਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ, ਜਿਹੜੀਆਂ ਕਿ ਨੌਜਵਾਨ ਜਿਹੜਾ ਕਿਸਾਨ ਨਵਾਂ ਜਿਹੜਾ ਵਾ ਕੰਮ ਕਰਨਾ ਚਾਹੁੰਦਾ ਵਾ। ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੁਨਰ ਵਿਕਾਸ ਕੇਂਦਰ ਆ, ਉਹ 'ਚ ਇਨਕੂਬੇਸ਼ਨ ਸੈਂਟਰ ਵੀ ਹੈਗਾ ਵਾ, ਜਿਹਦੇ ਵਿੱਚ ਕਿ ਉਹਨੂੰ ਸ਼ੁਰੂਆਤੀ ਜਿਹੜੀ ਸਿਖਲਾਈ ਦਿੰਦੇ ਆ। ਇਸ ਤੱਕ ਉਹਨਾਂ ਨੂੰ ਜਿਹੜੀ ਫਾਈਨੈਂਸ਼ੀਅਲ ਜਿਹੜੀ ਏਡ ਆ ਉਹਦੇ ਵਿੱਚ ਲੈਣ ਵਿੱਚ ਵੀ ਸਹਾਇਤਾ ਕਰਦੇ ਆ। ਨਬਾਰਡ ਵੱਲੋਂ ਸਹਾਇਤਾ ਕੀਤੀ ਜਾਂਦੀ ਆ। ਵੱਖ-ਵੱਖ ਜਿਹੜੀ ਤੁਹਾਡੀ ਪੰਜਾਬ ਇੰਫਰਾਸਟਰਕਚਰ ਫੰਡ ਜਿਹੜਾ ਵਾ ਉਹਦੇ ਵਿੱਚ ਵੀ ਸਹਾਇਤਾ ਜਿਹੜੀ ਮਿਲਦੀ ਆ। ਸੋ ਇਹ ਜਿਹੜੀ ਸਾਰੀ ਜਿਹੜੀਆਂ ਸਕੀਮਾਂ ਨੇ ਇਹ ਤੁਸੀਂ ਕਿਸਾਨ ਵੀਰੋ ਆਪਣੇ ਖੇਤੀਬਾੜੀ ਵਿਭਾਗ, ਆਪਣੇ ਬਾਗਬਾਨੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਉੱਥੇ ਜਿੰਨੇ ਵੀ ਤੈਨਾਤ ਤੁਹਾਡੇ ਅਧਿਕਾਰੀ ਨੇ ਉਹਨਾਂ ਤੋਂ ਆਪਾਂ ਲੈ ਸਕਦੇ ਹਾਂ। ਜਦੋਂ ਮਰਜ਼ੀ ਜਾਓ, ਕੋਈ ਪ੍ਰੋਬਲਮ ਨਹੀਂ ਆ, ਜਦੋਂ ਵੀ ਤੁਹਾਨੂੰ ਲੋੜ ਪੈਂਦੀ ਹੈ। ਪਰ ਇਹ ਹੈ ਕਿ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਨੂੰ ਰੰਗਲਾ ਬਣਾਈਏ, ਅਤੇ ਜੇ ਪੰਜਾਬ ਨੂੰ ਆਪਾਂ ਨਹੀਂ ਬਣਾਵਾਂਗੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਅੱਜ ਜੋ ਕੁਛ ਹੋ ਰਿਹਾ ਵਾ। ਸੋ ਇਹ ਸਾਰਿਆਂ ਨੂੰ ਸਾਡਾ ਜਿਹੜਾ ਵਾ ਖਿਆਲ ਕਰਨਾ ਪਊਗਾ। ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਵੀ ਖਿਆਲ ਕਰਨਾ ਪਊਗਾ, ਆਪਣੇ ਬੱਚਿਆਂ ਨੂੰ ਸਮਝਾਉਣਾ ਪਊਗਾ ਵੀ ਆਪਾਂ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ। ਸੋ ਸਾਡੀ ਜ਼ਿੰਮੇਵਾਰੀ ਤਾਂ ਹੈ ਹੀ ਆ ਵੀ ਆਪਾਂ ਬੱਚਿਆਂ ਨੌਜਵਾਨ ਕਿਸਾਨਾਂ ਦੇ ਵਿੱਚ ਜਿਹੜੀ ਜਾਗਰੂਕਤਾ ਪੈਦਾ ਕਰਨੀ ਆ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜਾ ਕਿ ਅੱਜ ਬੜਾ ਕੀਮਤੀ ਸਮਾਂ ਜਿਹੜਾ ਵਾ ਕੱਢ ਕੇ ਨੌਜਵਾਨ ਕਿਸਾਨਾਂ ਨੂੰ ਜਿਹੜਾ ਰਾਹ ਦੱਸਿਆ ਵਾ। ਤੋ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬਹੁਤ ਸਾਰੇ ਨਵੇਂ ਦੀਵੇ ਜਿਹੜੇ ਜਗਣਗੇ, ਕਿਉਂਕਿ ਇੱਕ ਦੀਵਾ ਜਗਾਉਣ ਦੀ ਲੋੜ ਹੁੰਦੀ ਆ। ਜੇ ਉਹੀ ਆਪਾਂ ਦੇਸੀ ਦੀਵਾ ਦੇਸੀ ਘਿਓ ਦਾ ਜਗਾ ਲਈਏ ਤਾਂ ਉਹਦੀ ਸਮੈਲ ਵੀ ਦੂਰ ਤੱਕ ਜਾਂਦੀ ਆ ਅਤੇ ਉਹ ਜਗਦਾ ਵੀ ਵਾਹਵਾ ਦੇਰ ਤੱਕ ਤਰ ਦਿੰਦਾ। ਅਤੇ ਜੇ ਉਹਦੇ 'ਚ ਪਾ ਹੀ ਰਿਫਾਈਨਡ ਦੇ ਦੀ ਤਾਂ ਫਿਰ ਕੁਛ ਵੀ ਕਿਸੇ ਕੰਮ ਵੀ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਜਿਹੜੀ ਇਹ ਦੇਸੀ ਘਿਓ ਜਿਹੜਾ ਵਾ ਆਪਾਂ ਇਹ ਜਿਹੜੇ ਕੇਂਦਰ ਨੇ ਸਾਡੇ ਸਿਖਲਾਈ ਕੇਂਦਰ ਨੇ ਇਹੀ ਪਾ ਸਕਦੇ ਆ। ਸੋ ਬਹੁਤ ਬਹੁਤ ਧੰਨਵਾਦ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤੇ ਇਹਨੂੰ ਜ਼ਰੂਰ ਅਗਾਂਹ ਆਪਣੇ ਤੁਹਾਡੇ ਸਾਥੀਆਂ ਤੱਕ ਪਹੁੰਚਾਉਣ ਵਾਸਤੇ ਸ਼ੇਅਰ ਵੀ ਕਰਿਓ, ਲਾਈਕ ਵੀ ਕਰਿਓ ਤੇ ਇਸ ਨੂੰ ਸਬਸਕ੍ਰਾਈਬ ਵੀ ਕਰੋ। ਸੋ ਬਹੁਤ ਬਹੁਤ ਧੰਨਵਾਦ। ਅੱਜ ਮੈਂ ਮਾਰਕਫੈਡ ਨੂੰ ਬਹੁਤ ਬਹੁਤ ਵਧਾਈ ਦਿੰਦਾ, ਜਿਨ੍ਹਾਂ ਨੇ ਕੌਰਨਫਲੈਕਸ ਜਿਹੜੇ ਹਨੀ ਕੋਟਡ ਲਾਂਚ ਕੀਤੇ ਨੇ। ਕਾਰਪੋਰੇਸ਼ਨ ਡੇ ਹੈ, ਬਹੁਤ ਸਾਰੇ ਹੋਰ ਪ੍ਰੋਡਕਟ ਨੇ, ਲੀਚੀ ਹੈ, ਲੀਚੀ ਹਨੀ ਪਠਾਨਕੋਟ ਦਾ ਬਣਿਆ ਹੋਇਆ। ਸੋ ਅਸੀਂ ਹੌਲੀ ਹੌਲੀ ਮਾਰਕਫੈਡ ਨੂੰ ਨੋਡਲ ਏਜੰਸੀ ਬਣਾ ਕੇ ਇੰਟਰਨੈਸ਼ਨਲ ਪੱਧਰ 'ਤੇ ਇਹ ਸਾਡੇ ਪ੍ਰੋਡਕਟ ਜਿਹੜੇ ਨੇ ਉਹ ਜਾਣਗੇ। ਅਮਰੀਕਾ 'ਚ ਵੀ, ਕੈਨੇਡਾ 'ਚ ਵੀ, ਜਰਮਨੀ 'ਚ ਵੀ, ਆਸਟ੍ਰੇਲੀਆ 'ਚ ਵੀ, ਉੱਥੋਂ ਦੇ ਸਟੋਰਾਂ ਦੇ ਵਿੱਚ ਗਰੋਨ ਇਨ ਪੰਜਾਬ, ਪ੍ਰੋਡਕਟ ਆਫ ਪੰਜਾਬ ਦੇ ਨਾਂ 'ਤੇ ਇਹ ਚੀਜ਼ਾਂ ਮਿਲਣਗੀਆਂ, ਤਾਂ ਕਿ ਆਪਣੀ ਧਰਤੀ 'ਤੇ ਉੱਗਿਆ ਹੋਇਆ ਜਿਹੜਾ ਸਮਾਨ ਹੈ, ਜਿਹੜਾ ਉਤਪਾਦਨ ਹੈ, ਉਹਨੂੰ ਅਸੀਂ ਤੁਹਾਨੂੰ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋ ਤੁਹਾਨੂੰ ਉਹੀ ਬਚਪਨ ਵਾਲਾ ਜਿਹੜਾ ਸਵਾਦ ਹੈ, ਬਚਪਨ ਵਾਲਾ ਜਿਹੜਾ ਜਿਹਨੂੰ ਬਚਪਨ ਦੇ ਵਿੱਚ ਖਾ ਖਾ ਕੇ ਵੱਡੇ ਹੋਏ ਹੋ, ਉਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਮਾਰਕਫੈਡ ਵੱਲੋਂ। ਮਾਰਕਫੈਡ ਇੱਕ ਨੋਡਲ ਏਜੰਸੀ ਹੈ। ਸੋ ਮਾਰਕਫੈਡ ਦੇ ਸਾਰੇ ਅਧਿਕਾਰੀਆਂ ਨੂੰ, ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ।